कि मंगण गया सो मर गया, मंगण मूल ना जा, इनू पंजाबियां ने बड़ा कुट के पल्ले बन्निया होया। बट कुछ जाली संस्थावां ने जिहड़ियां वो लुट सुट कर रही हैं, और वो जिहड़े जाली वाले ने ना वो तो बड़ी जबरदस्ती मंगदे आ तुहातों। जिहड़े असली वाले ने वो तो कहिंदे ने भी जो तुसीं कहो लियाओ, जिहड़ा असीं तुहानूं दे दिंदे आ, जो तुसीं ਉਹਦੇ ਚ ਆਪਣਾ ਤਿਲ ਫੁੱਲ ਪਾਉਣਾ ਹੈ ਉਹ ਪਾਓ। ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਮ ਨਾ ਝੂਲਦੇ ਹੋਣ। ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣੀ ਬੋਲੀ, ਸੱਭਿਆਚਾਰ ਤੇ ਆਪਣੀ ਸ਼ਾਨਾਮਤੀ ਵਿਰਾਸਤ ਆਪਣੇ ਨਾਲ ਲੈ ਕੇ ਗਏ। ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਆਸ਼ੇ ਨੂੰ ਪਰਨਾਈ ਪੰਜਾਬੀ ਕੌਮ ਸੰਸਾਰ ਭਰ 'ਚ ਲੋੜਵੰਦਾਂ ਲਈ ਖੜਦੀ, ਮਾੜੇ ਤੇ ਨਿਤਾਣੇ ਦੀ ਬਾਂਹ ਫੜਦੀ, ਹੱਕ ਸੱਚ ਤੇ ਇਨਸਾਫ ਲਈ ਹਿੱਕ ਢਾਹ ਕੇ ਜੂਝਦੀ, ਹੱਸਦੀ ਵਸਦੀ ਮੌਲਦੀ ਤਰੱਕੀਆਂ ਦੇ ਨਵੇਂ ਦਰ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। जिंदगी दे अंग संग। सो मैं अज कैप्शन लाना भुल गया, कोई गल नहीं, गलबात करांगे आपां इसे इशू के उत्ते ही। जिंदगी दे अंग संग कुछ चीज़ां असीं हर हफ्ते तुहाडे लई लैके आउने आ, जिहदे विच हीरा सिंह हंसपाल मेरे नाल हुंदे ने। जिंदगी दे खट्टे मिट्टे तजर्बे जो असीं सधारण जिंदगियां जीआं उन्हां दे विच जो कुछ असीं सिੱਖਿਆ, जिस तरह दा असीं आले दुआले अपने ग्रहण कीता, वो अपने दर्शकों नाल शेयर करन दा करदे हां जतन। सो सारे दर्शकों का स्वागत करते हैं तो नाल ही हंसपाल जी तुहाडा भी स्वागत करते हैं। मेरे वालों टीवी पंजाबी दुनिया के बहुत सत्कारत दर्शकों नूं प्यार भरी सत श्री अकाल। और जिवें असीं पिछली कड़ी दे विच अपने दर्शकों नाल एक विचार साझा कीता सी ते अगली कड़ी असीं मंगणा जिहड़ा मंगणे दे उत्ते करांगे। सो असीं आस करदे हां कि साडे दर्शक भी साडे नाल फोन कॉल दे उत्ते नंबर आ रिहा ਉਹਦੇ ਨਾਲ अपने ख्यालों की सांझ पाउणगे। पर वो जदों अज मैं मंगण दे उत्ते सोचना शुरू कीता कि एक यकदम ही मैनूं परिवार दे विच मेरी बेटी ने पुछया कि अज तुहाडा विशा की है विचार चर्चा दा। मैं कहा मंगणा। हाँ जी। ਉਹ ਕਹਿੰਦੀ ਕਿ ਮੰਗਣਾ ਦੋ ਤਰ੍ਹਾਂ ਦਾ ਹੁੰਦਾ ਏ। हाँ ਇੱਕ ਉਹ ਵੀ ਮੰਗਣਾ ਏ ਜਦੋਂ ਦੋ ਨੌਜਵਾਨ ਬੱਚਿਆਂ ਦਾ ਮੰਗਣਾ ਕੀਤਾ ਜਾਂਦਾ ਸੀ ਤੇ ਉਹ ਮੇਰੇ ਨਾਲ ਉਹ ਉਸ ਇਸ਼ੂ ਤੇ ਗੱਲ ਕਰਨ ਡਿਆ ਵੀ ਡੈਡੀ ਅੱਜ ਕੱਲ ਕਾਹਦੇ ਮੰਗਣੇ। ਮੰਗਣੇ ਅਸਲ 'ਚ ਉਹ ਸੀਗੇ ਜਦੋਂ ਮੈਂ ਮੰਗਣਾ ਤੇ ਗੱਲ ਕੀਤੀ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਅਸੀਂ ਉਸ ਮੰਗਣੇ ਤੇ ਅੱਜ ਵਿਚਾਰ ਚਰਚਾ ਨਹੀਂ ਕਰਾਂਗੇ। ਅਸੀਂ ਉਹ ਮੰਗਣਾ ਜਿਹਨੂੰ ਭੀਖ ਮੰਗਣੀ ਜਾਂ ਜਿਹਨੂੰ ਅੰਗਰੇਜ਼ੀ 'ਚ ਬੈਗਿੰਗ ਕਹਿੰਦੇ ਆ, उस मसले ते विचार करांगे। पर मेरी बेटी ने मेरे नाल किन्नियां ही सांझां उस मंगणे ते कर दित्तियां भी वो किन्ने खूबसूरत दिन सीगे ਜਦੋਂ ਜਿਹੜੇ ਆ ਨੌਜਵਾਨ ਰੂਹਾਂ ਨੂੰ ਆਪਸ ਦੇ ਵਿੱਚ ਮੰਗਦੇ ਸੀ। ਮਾਪਿਆਂ ਦਾ ਸਾਰਾ ਉਹਦੇ ਵਿੱਚ ਭਾਗੀਦਾਰੀ ਹੁੰਦੀ ਸੀ। ਬੱਚੇ ਜਿਹੜੇ ਉਹਨਾਂ ਨੂੰ ਬਹੁਤੀ ਵਾਰ ਤਾਂ ਇਹ ਪਤਾ ਵੀ ਨਹੀਂ ਸੀ ਹੁੰਦਾ ਕਿ ਕਿਹਦਾ ਕਿਹਦੇ ਨਾਲ ਮੰਗਣਾ ਹੋ ਰਿਹਾ ਹੈ। ਪਰ ਉਹ ਕਹਿੰਦੀ ਵੀ ਉਹ ਜੋੜੀਆਂ ਕਿੱਦਾਂ ਦੀਆਂ ਬਣਦੀਆਂ ਸੀ, ਕਿੰਨਾ ਉਹਨਾਂ ਦੇ ਸਫਲ ਜੀਵਨ ਸੀਗੇ ਉਸ ਮੰਗਣੇ ਦੇ ਉੱਤੇ ਵੀ। बिल्कुल आप हंसपाल जी, वो भी जीवन का एक बहुत महत्वपूर्ण हिस्सा है। वैसे महत्वपूर्ण की बहुत बुनियादी कहते हैं जन्म तो लेके मरण तक ਜਿਹੜੇ 4-5 ਵੱਡੇ ਵਿਹਾਰ ਕਾਰ ਹੁੰਦੇ ਆ, ਆਪਣੇ ਕਾਰਜ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜਾ ਆ ਉਹ ਵਿਆਹ ਸ਼ਾਦੀ ਮੰਗਣਾ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ। ਉੱਤੇ ਕਿਸੇ ਦਿਨ ਕਰਾਂਗੇ, ਬੜਾ ਅੱਛਾ ਟੌਪਿਕ ਹੈ ਉਹ ਵੀ। ਸੋ ਜਿਹੜਾ ਮੰਗਣਾ ਅਸੀਂ ਅੱਜ ਕਰ ਰਹੇ ਹਾਂ, ਇਹ ਮੰਗਣਾ ਜਿਹੜਾ ਆ ਇਹ ਦੂਜੇ ਕਿਸੇ ਕੋਲੋਂ ਭੀਖ ਦੇ ਰੂਪ ਵਿੱਚ ਕੋਈ ਚੀਜ਼ ਮੰਗਣ ਦੀ ਗੱਲ ਕਰਦੇ ਹਾਂ। ਸੋ ਇਹ ਜਿਹੜਾ ਟੌਪਿਕ ਹੈ ਇਹ ਅਸੀਂ ਪਿਛਲੇ ਦਿਨਾਂ ਤੋਂ ਇਹ ਸੋਚ ਕੇ ਕਰ ਰਹੇ ਸੀ ਕਿ ਪੰਜਾਬੀ ਜਿਹੜੇ ਨੇ ਇਹਨਾਂ ਦਾ ਜਿਹੜਾ ਕਾਰ ਵਿਹਾਰ ਹੈ ਜਾਂ ਜਿਹੜਾ ਸਾਡਾ ਵਿਰਾਸਤ ਹੈ, ਸਾਡਾ ਵਿਰਸਾ ਹੈ, ਉਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਸਿਰ ਉੱਚਾ ਚੁੱਕ ਕੇ ਸ਼ਾਨ ਨਾਲ ਜੀਣ ਦੀ ਸਿੱਖਿਆ ਦਿੱਤੀ ਗਈ ਹੈ ਸਾਡੇ ਗੁਰੂ ਸਾਹਿਬ ਵੱਲੋਂ, ਪੀਰਾਂ ਫਕੀਰਾਂ ਵੱਲੋਂ, ਪੰਜਾਬ ਦੀ ਧਰਤੀ ਦੇ ਸਾਰੇ ਵਸਿੰਦਿਆਂ ਨੂੰ, ਚਾਹੇ ਉਹ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦੇ ਹੋਣ। ਜੋ ਉਸ ਸੂਰਬੀਰਾਂ ਦੀ ਧਰਤੀ ਤੇ ਪੈਦਾ ਹੋ ਗਿਆ,
ਉਹ ਕਦੀ ਮੰਗਤਾ ਨਹੀਂ ਹੋ ਸਕਦਾ, ਹੋਰ ਚਾਹੇ ਕੁਝ ਵੀ ਹੋ ਜਾਏ। ਉਹ ਕਿਸੇ ਗਲਤ ਰਾਹ ਤੇ ਚੱਲ ਕੇ ਹਥਿਆਰ ਚੁੱਕ ਸਕਦਾ, ਲੜਾਈ ਝਗੜਾ ਕਰ ਸਕਦਾ। ਅੱਜ ਕੱਲ੍ਹ ਬੜੀ ਚਰਚਾ ਚੱਲ ਰਹੀ ਆ ਕਿਸੇ ਨਾਲ ਸ਼ਬਦਾਵਲੀ ਉੱਚੀ ਨੀਵੀਂ ਬੋਲ ਸਕਦਾ। ਗੁਰਦਾਸ ਮਾਨ ਹੋਰਾਂ ਦੇ ਸੰਦਰਭ 'ਚ ਮੈਂ ਗੱਲ ਕਰ ਰਿਹਾ। ਉਹੋ ਜਿਹੇ ਸਾਡੀਆਂ ਸੁਭਾਅ 'ਚ ਆਦਤਾਂ 'ਚ ਕੋਈ ਚੀਜ਼ਾਂ ਹੋ ਸਕਦੀਆਂ, ਪਰ ਜਿਹੜਾ ਇਹ ਸਭ ਤੋਂ ਵੱਡਾ ਮਿਹਣਾ ਹੁੰਦਾ ਕਿ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਇਹਨੂੰ ਪੰਜਾਬੀਆਂ ਨੇ ਬੜਾ ਕੁੱਟ ਕੇ ਪੱਲੇ ਬੰਨਿਆ ਹੋਇਆ। ਦੁਨੀਆ 'ਚ ਤੁਸੀਂ ਜਿੱਥੇ ਮਰਜ਼ੀ ਥੱਲੇ ਅਸੀਂ ਚਲਾਈ ਵੀ ਹੋਈ ਹੈ ਸਟੈਪ, ਉਹਦੇ 'ਚ ਕੋਈ ਚੀਜ਼ਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਕਿ ਤੁਸੀਂ ਦੀਵਾ ਲੈ ਕੇ ਘੁੰਮਾਓ ਦੁਨੀਆ ਭਰ 'ਚ, ਤੁਹਾਨੂੰ ਕੋਈ ਪੰਜਾਬੀ ਜਾਂ ਖਾਸ ਕਰਕੇ ਕਹਿ ਜਾਂਦਾ ਪਗੜੀ ਵਾਲਾ ਸਿੱਖ ਵਿਅਕਤੀ ਮੰਗਤੇ ਦੇ ਰੂਪ 'ਚ ਨਹੀਂ ਮਿਲੇਗਾ। ਹਾਂ, ਰੂਪ ਵਟਾ ਕੇ ਕੋਈ ਮੰਗਦਾ ਹੋਵੇ ਤੇ ਅਸੀਂ ਕਹਿ ਨਹੀਂ ਸਕਦੇ, ਪਰ ਜਿਹੜੀ ਭਿੱਖ ਮੰਗਣੀ ਆ ਸਿੱਧੇ ਤੌਰ ਤੇ ਹੱਥ ਅੱਡਣੇ ਕਿਸੇ ਦੇ ਅੱਗੇ, ਉਹ ਸਾਡੀ ਵਿਰਾਸਤ 'ਚ ਹੈ ਨਹੀਂ। ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਸਦੀਆਂ ਤੱਕ ਵੀ ਸਾਡਾ ਇਹ ਵਕਾਰ ਬਣਿਆ ਰਹੂਗਾ। ਉੱਤੇ ਕੁਝ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਜੀ ਅਸਵਾਲ ਜੀ। ਬਿਲਕੁਲ ਗਿਲ ਸਾਹਿਬ, ਇਹ ਜਿਹੜਾ ਮੰਗਣਾ ਸ਼ਬਦ ਪੰਜਾਬੀ ਦੇ ਵਿੱਚ ਆਇਆ ਨਾ, ਇਹ ਇੱਕ ਮਤਲਬ ਹਿੰਦੀ ਦਾ ਸ਼ਬਦ ਸੀ ਮੰਗਣ, ਜਾਂ ਸੰਸਕ੍ਰਿਤ ਦਾ ਸ਼ਬਦ ਸੀ ਮੰਗਤ। ਇਹਦੇ ਸੁਮੇਲ ਦੇ ਵਿੱਚੋਂ ਸਾਡਾ ਪੰਜਾਬੀ ਦਾ ਇੱਕ ਸ਼ਬਦ ਨਿਕਲ ਆਇਆ ਮੰਗਣਾ। ਸੋ ਜਿਹੜਾ ਸਾਡੇ ਗੁਰੂ ਸਾਹਿਬ ਦਾ ਫਲਸਫਾ ਨਾ, ਉਹਦੇ ਵਿੱਚ ਵੀ ਮੰਗਣ ਦੀ ਜਿਹੜੀ ਪ੍ਰਵਿਰਤੀ ਆ ਉਹਦੀ ਨਿਖੇਧੀ ਵੀ ਕੀਤੀ ਗਈ ਹੈ, ਔਰ ਇਹ ਕਿਹਾ ਵੀ ਗਿਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਹੈਗਾ ਕਿ ਮੰਗਣ ਜਿਹੜਾ ਹੈ ਨਾ ਉਹ ਨਹੀਂ ਠੀਕ। ਤੁਸੀਂ ਕੈਪਸ਼ਨ 'ਚ ਕਿਹਾ ਕਿ ਇਹ ਸਾਡੇ ਭਗਤਾਂ ਦੀ ਬਾਣੀ ਦੇ ਵਿੱਚ ਆਉਂਦਾ, ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਸੋ ਇਹ ਜਿਹੜਾ ਮੰਗ ਕੇ ਖਾਣਾ ਹੈ, ਇਹ ਸਾਡੀ ਪ੍ਰਵਿਰਤੀ ਦਾ ਹਿੱਸਾ ਨਹੀਂ ਹੈਗਾ। ਬਟ ਸੰਸਾਰ ਪੱਧਰ ਦੇ ਉੱਤੇ ਹੀ ਹੁਣ ਜਿਹੜਾ ਹੈ ਇਸ ਮੰਗਣ ਨੂੰ ਜਿਹੜਾ ਹੈ ਉਹ ਜਿਹੜਾ ਪ੍ਰਫੁੱਲਤਾ ਮਿਲ ਰਹੀ ਆ, ਇਹਦੇ ਵਿੱਚ ਵਾਧਾ ਹੋ ਰਿਹਾ ਹੈ। ਇਹ ਮੈਂ ਪਹਿਲਾਂ ਇਹਦਾ ਜ਼ਿਕਰ ਆਪਾਂ ਜਦੋਂ ਛੋਟੇ ਹੁੰਦੇ ਸੀ ਤੇ ਆਪਣੇ ਘਰਾਂ ਦੇ ਵਿੱਚ ਜਿਹੜੇ ਪੀਰ ਫਕੀਰ ਬੰਦਗੀ ਵਾਲੇ, ਜਾਂ ਸਾਡੇ ਮਾਝੇ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ, ਜਾਂ ਮਾਲਵੇ ਦੇ ਵਿੱਚ ਦੁਆਬੇ ਦੇ ਵਿੱਚ ਵੀ ਉਹ ਹੈਗੀ ਸੰਸਕ੍ਰਿਤੀ, ਜਿਹੜੇ ਉਦਾਸੀ ਸਾਧੂ ਸੀਗੇ ਉਹਨਾਂ ਦੇ ਜਿਹੜੇ ਆਸ਼ਰਮ ਸੀ ਉਹ ਪੜ੍ਹਾਏ ਜਾਂਦੇ ਸੀ, ਉਹ ਉਦਾਸੀ ਸੀਗੇ, ਉਹ ਗ੍ਰਿਸ਼ਟੀ ਨਹੀਂ ਸੀ ਹੁੰਦੇ। ਤੇ ਉਹ ਸ਼ਾਮ ਵੇਲੇ ਜਿਹੜਾ ਹੈ ਉਹ ਇੱਕ ਘਰਾਂ ਦੇ ਵਿੱਚ ਪ੍ਰਸ਼ਾਦਾ ਲੈਣ ਜਾਂਦੇ ਹੁੰਦੇ ਸੀ, ਔਰ ਉਹਨਾਂ ਨੂੰ ਪ੍ਰਸ਼ਾਦਾ ਤੇ ਸਬਜ਼ੀ ਜਿਹੜੀ ਘਰਾਂ 'ਚ ਬਣੀ ਹੁੰਦੀ ਸੀ ਬੜੇ ਮਾਣ ਸਤਿਕਾਰ ਨਾਲ ਦਿੱਤੀ ਜਾਂਦੀ ਸੀ, ਔਰ ਉਹ ਉਹਨੇ ਕਿ ਘਰਾਂ ਦੇ ਵਿੱਚੋਂ ਜਾ ਕੇ ਸ਼ਾਮ ਨੂੰ ਲੈ ਕੇ ਆਉਂਦੇ ਸੀ ਜਿੰਨੀ ਕਿ ਉਹਨਾਂ ਨੂੰ ਚਾਹੀਦੀ ਆ, ਜਿੰਨੇ ਕਿ ਉਹਨਾਂ ਕੋਲ ਉਹਨਾਂ ਦੇ ਵਿਦਿਆਰਥੀ ਨੇ ਜਾਂ ਆਪ ਨੇ, ਉਹ ਆਪ ਜਾਂਦੇ ਸੀ, ਛੋਟੇ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਸੀ। ਔਰ ਲੋਕ ਉਸ ਚੀਜ਼ ਦੇ ਵਿੱਚ ਬੜਾ ਆਪਣੇ ਆਪ ਨੂੰ ਧੰਨ ਭਾਗਾ ਸਮਝਦੇ ਸੀ ਕਿ ਅੱਜ ਜਿਹੜੇ ਬਾਬਾ ਜੀ ਨੇ ਜਾਂ ਸੰਤ ਮਹਾਤਮਾ ਨੇ ਇਹ ਸਾਡੇ ਘਰ ਜਿਹੜਾ ਹੈ ਉਹਨੂੰ ਸ਼ਾਮ ਦਾ ਜਿਹੜਾ ਹੈ ਉਹਨੂੰ, ਕੁਛ ਹਿੰਦੂ ਮਤ ਨਾਲ ਵੀ ਸੰਬੰਧਿਤ ਸੀਗੇ, ਜਿਹੜੇ ਹਿੰਦੂ ਮਤ ਨਾਲ ਸੰਬੰਧਿਤ ਸੀਗੇ ਉਹਨਾਂ ਨੂੰ ਹੰਦਾ ਕਿਹਾ ਜਾਂਦਾ ਸੀ ਕਿ ਉਹ ਹੰਦਾ ਲੈਣ ਆਏ ਨੇ। ਔਰ ਜਿਹੜੇ ਥੋੜੇ ਸਿੱਖ ਸਿਧਾਂਤ ਨਾਲ ਜੁੜੇ ਉਦਾਸੀ ਸਾਧੂ ਸੀਗੇ ਜਾਂ ਦੂਸਰੇ ਲੋਕ ਸੀਗੇ ਉਹਨਾਂ ਨੂੰ ਉਹ ਗਜ਼ਾ ਕਿਹਾ ਜਾਂਦਾ ਸੀ ਕਿ ਗਜ਼ਾ ਕਰਨ ਆਏ ਨੇ। ਸੋ ਉਹ ਇੱਕ ਜਿਹੜੀ ਉਸ ਤਰ੍ਹਾਂ ਦੀ ਪ੍ਰਵਿਰਤੀ ਸੀ, ਲੋਕ ਬਣਾ ਕੇ ਰੱਖਦੇ ਸੀ, ਜਾਂ ਕਈ ਵਾਰ ਲੋਕ ਓਨੀ ਦੇਰ ਤੱਕ ਆਪਣਾ ਰਾਤ ਦਾ ਰੋਟੀ ਪਾਣੀ ਖਾਣਾ ਸ਼ੁਰੂ ਨਹੀਂ ਸੀ ਕਰਦੇ ਜਦ ਤੱਕ ਉਹ ਹੰਦਾ ਜਾਂ ਗਜ਼ਾ ਨਹੀਂ ਸੀ ਦੇ ਲੈਂਦੇ। ਬਟ ਜੇ ਕਿਤੇ ਬੱਚਿਆਂ ਨੂੰ ਪਹਿਲਾਂ ਰੋਟੀ ਦੇਣੀ ਪੈਂਦੀ ਸੀ ਤਾਂ ਕੁਝ ਕਰਨਾ ਪੈਂਦਾ ਸੀ। ਤੇ ਮੈਂ ਉਹ ਆਪਣੇ ਜੀਵਨ ਦੇ ਵਿੱਚ ਵੇਖਿਆ ਹੈ ਕਿ ਉਹਨਾਂ ਦੀ ਇੱਕ ਕੌਲੀ ਵਿੱਚ ਸੁੱਚੀ ਸਬਜ਼ੀ ਤੇ ਜਿੰਨੇ ਇੱਕ ਜਾਂ ਦੋ ਪ੍ਰਸ਼ਾਦੇ ਉਹ ਘਰ ਭਰਤੀ ਹੁੰਦੇ ਸੀ ਉਹ ਪਹਿਲਾਂ ਵੱਖਰੇ ਕੱਢ ਲਏ ਜਾਂਦੇ ਸੀ। ਸੋ ਉਸ ਤਰ੍ਹਾਂ ਦੀ ਜਿਹੜੀ ਉਹ ਪ੍ਰਵਿਰਤੀ ਸੀਗੀ ਉਹ ਬਹੁਤ ਸਨਮਾਨਜਨਕ ਪ੍ਰਵਿਰਤੀ ਸੀ, ਔਰ ਉਹ ਲੋਕ ਜਿਹੜੇ ਉਹ ਲੈਣ ਜਾਂਦੇ ਸੀ ਉਹ ਵੀ ਮਨੁੱਖਤਾ ਨੂੰ ਪ੍ਰਣਾਏ ਹੋਏ ਸੀਗੇ, ਉਹ ਸੰਤੋਖੀ ਲੋਕ ਸੀਗੇ, ਉਹਨਾਂ ਦੇ ਵਿੱਚ ਸੰਤੋਖ ਸੀਗਾ। ਉਹ ਨਾ ਤਾਂ ਜ਼ਿਆਦਾ ਚੀਜ਼ਾਂ ਹੀ ਇਕੱਠੀਆਂ ਕਰਦੇ ਸੀ ਨਾ ਕੁਛ ਕਰਦੇ ਸੀ। ਮੇਰੇ ਆਪਣੇ ਪਿੰਡ ਦਾ ਜਿਹੜਾ ਅਜੇ ਤੱਕ ਵੀ ਮੇਰੇ ਪਿੰਡ ਨੂੰ ਇੱਕ ਮਾਣ ਆ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਹੈ ਇੱਕੋ ਹੀ ਆ। ਬਹੁਤ ਵੱਡੀ ਆਬਾਦੀ ਵਾਲਾ ਮੇਰਾ ਪਿੰਡ ਹੈ, ਪਰ ਉੱਥੇ ਜ਼ਿਆਦਾ ਇੱਕ ਇਤਿਹਾਸਕ ਗੁਰਦੁਆਰਾ ਹੈ, ਉਹ ਪਿੰਡ ਤੋਂ ਕਾਫੀ 2 ਕਿਲੋਮੀਟਰ ਬਾਹਰ ਆ, ਬੌਲੀ ਸਾਹਿਬ। ਬਟ ਇਹ ਕੀ ਆ ਕਿ ਸਾਰੇ ਪਿੰਡ ਦੀ ਜਿਹੜੀ ਆ ਗੁਰਦੁਆਰੇ ਦੀ ਕਮੇਟੀ ਸਾਰੇ ਹੀ ਲੋਕਾਂ ਨੇ ਰਲ ਮਿਲ ਕੇ ਬਣਾਈ ਆ। ਉੱਥੇ ਬਹੁਤ ਦੇਰ ਕਮੇਟੀ ਤੋਂ ਪਹਿਲਾਂ ਜਿਹੜੀ ਸੇਵਾ ਕਰਦੇ ਸੀ ਉਹ ਬਾਬਾ ਪ੍ਰੀਤਮ ਦਾਸ ਜਿਹੜੇ ਉਦਾਸੀ ਸਾਧੂ ਸੀਗੇ, ਔਰ ਉਹ ਕਿਤੇ ਪੱਖੋਂ ਬਹੁਤ ਵੱਡੇ ਜਿਹੜੇ ਆ ਉਹ ਫੋਰਮੈਨ ਸੀ ਪੁਲਾਂ ਦੇ। ਉਹਨਾਂ ਦਾ ਪਿੰਡ ਜਿਹੜਾ ਹੈ ਉਹ ਡੇਰਾ ਬਾਬਾ ਨਾਨਕ ਦੇ ਲਾਗੇ ਪੱਖੋਵਾਲ ਦੇ ਸੀਗੇ, ਬਟ ਉਹ ਉਦਾਸੀ ਸੰਪਰਦਾ ਦੇ ਨਾਲ ਉਹਨਾਂ ਦੀ ਉੱਥੇ
ਕਿਸੇ ਜੰਗਲ ਦੇ ਵਿੱਚ ਇੱਕ ਪੁਲ ਤੇ ਕੰਮ ਕਰਦੇ ਆ, ਉਹਨਾਂ ਦੀ ਵਿਚਾਰ ਚਰਚਾ ਹੋਈ, ਉਹਨਾਂ ਨੂੰ ਉਦਾਸੀ ਮਤ ਜਿਹੜਾ ਉਹ ਅੱਛਾ ਲੱਗਾ ਬਾਬਾ ਪ੍ਰੀਤਮ ਦਾਸ ਜੀ ਨੂੰ, ਤੇ ਉਹ ਫਿਰ ਉਦਾਸੀ ਸਾਧ ਬਣ ਗਏ। ਔਰ ਆਂਦੇ ਆ ਕਿ ਉਹ ਬਹੁਤ ਜ਼ਿਆਦਾ ਜਵਾਨੀ ਵੇਲੇ ਸਾਡੇ ਪਿੰਡ ਆਣ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਸੀ। ਸੋ ਪੜ੍ਹਦੇ ਵੀ ਸੀ, ਲੋਕਾਂ ਨੂੰ ਪੜ੍ਹਾਉਂਦੇ ਵੀ ਸੀਗੇ। ਇੱਕ ਉਹ ਉਸ ਤਰ੍ਹਾਂ ਦਾ ਸੀਗਾ ਮੰਗਣਾ, ਜਿਹਨੂੰ ਮੈਂ ਮੰਗਣਾ ਸ਼ਬਦ ਜਿਹੜਾ ਉਹ ਬਹੁਤ ਹੌਲਾ ਹੈ ਉਹਨਾਂ ਦੇ ਸਾਹਮਣੇ ਕਹਿਣਾ। ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਲਈ 2 ਸ਼ਬਦ ਜਿਹੜੇ ਉਹ ਵਰਤੇ ਜਾਂਦੇ ਸੀ। ਸਾਡੇ ਪਿੰਡ ਦੇ ਵਿੱਚ ਮੰਦਿਰ ਵੀ ਇੱਕ ਹੈਗਾ ਹੈ, ਜਿਹੜੇ ਮੰਦਿਰ ਵੱਲੋਂ ਆਉਂਦੇ ਸੀ ਉਹਨਾਂ ਨੂੰ ਹੰਦਾ ਕਿਹਾ ਜਾਂਦਾ ਸੀ। ਉਹ ਵੀ ਰਾਤ ਨੂੰ ਪ੍ਰਸ਼ਾਦਾ ਲੈਂਦੇ ਸੀ, ਉਹਨਾਂ ਕੀ ਜਿੰਨੀ ਕੁ ਜ਼ਰੂਰਤ ਹੈ। ਔਰ ਜਿਹੜੇ ਬਾਬਾ ਪ੍ਰੀਤਮ ਦਾਸ ਜੀ ਸੀਗੇ ਉਹ ਉਹਨਾਂ ਕੀ ਪ੍ਰਸ਼ਾਦਾ ਲੈਂਦੇ ਸੀ। ਉਹਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗਜ਼ਾ ਕਰਨਾ ਕਹਿੰਦੇ ਸੀ, ਕਿ ਉਹ ਗਜ਼ਾ ਕਰਨ ਆਏ ਆ। ਔਰ ਸਵੇਰ ਦੀ ਉਹਨਾਂ ਦਾ ਭੋਜਨ ਜਿਹੜਾ ਇੱਕ ਪਰਿਵਾਰ ਦੇ ਵਿੱਚ ਹੀ ਹੁੰਦਾ ਸੀ, ਪਿੰਡ ਦੇ ਇੱਕ ਘਰ ਦੇ ਵਿੱਚ ਹੀ ਹੁੰਦਾ ਸੀ। ਔਰ ਐਡਵਾਂਸ ਜਿਹੜੀ ਉਹਨਾਂ ਦੀ ਬੁਕਿੰਗ ਹੁੰਦੀ ਸੀ ਕਿ ਬਾਬਾ ਜੀ ਨੇ ਅੱਜ ਫਲਾਣੇ ਘਰ ਬਾਬਾ ਪ੍ਰੀਤਮ ਦਾਸ ਜੀ ਨੇ ਸਵੇਰ ਦਾ ਪ੍ਰਸ਼ਾਦਾ ਛਕਣਾ, ਦੁਪਹਿਰ ਦਾ ਪ੍ਰਸ਼ਾਦਾ ਉਹ ਛਕਦੇ ਨਹੀਂ ਸੀ, ਸਵੇਰ ਦਾ ਤੇ ਰਾਤ ਦਾ ਖਾਂਦੇ ਸੀ। ਸੋ ਇਹ ਸਨਮਾਨਜਨਕ ਜਿਹੜੀ ਤਰੀਕਾ ਸੀਗਾ, ਇਹ ਸਹਿਜੇ ਸਹਿਜੇ ਇਹਦੇ ਵਿੱਚ ਫਿਰ ਬਹੁਤ ਸਾਰਾ ਵਿਗਾੜ ਆ ਗਿਆ। ਆਪਾਂ ਗਾੜੀ ਇਸ ਤੇ ਚਰਚਾ ਕਰਾਂਗੇ। ਫਿਰ ਕੁਝ ਲੋਕ ਉਹ ਸੀ ਜਿਹੜੇ ਪੱਕੇ ਤੌਰ ਦੇ ਉੱਤੇ ਜਿਹੜਾ ਇਹਨੂੰ ਕਰਦੇ ਸੀਗੇ ਜੀ, ਕਿ ਉਹਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਸੀਗੇ ਜਿਹੜੇ ਇਹਨਾਂ ਨੂੰ ਕਿੱਤੇ ਪੱਖੋਂ ਮੰਨੇ ਜਾਂਦੇ ਸੀਗੇ। ਉਹ ਲੋਕ ਜਿਹੜੇ ਆ ਉਹ ਮੰਗਦੇ ਸੀਗੇ, ਉਹਨਾਂ ਦਾ ਇਹ ਕਿੱਤਾ ਸੀ ਔਰ ਪਿਤਾ ਪੁਰਖੀ ਸੀਗਾ, ਜਿਨ੍ਹਾਂ ਵਿੱਚ ਸਾਡੇ ਸਾਂਸੀ ਸੀਗੇ ਜੀ ਪਿੰਡਾਂ ਦੇ ਵਿੱਚ। ਔਰ ਤੁਹਾਡੇ ਵਾਲੇ ਜਿਹੜਾ ਤੁਹਾਡੇ ਵਾਲਾ ਇਲਾਕਾ ਹੈ ਜਗਦੇਵ ਕਲਾਂ ਵਾਲਾ, ਉੱਧਰ ਵੀ ਸਾਂਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਫਿਰ ਬਾਜੀਗਰ ਸੀਗੇ, ਮਰਾਸੀ ਸੀਗੇ, ਭਾਟੜੇ ਸੀਗੇ, ਭੰਡ ਸੀਗੇ, ਖੁਸਰੇ ਸੀਗੇ, ਨਾਈ ਸੀਗੇ। ਔਰ ਇੱਕ ਹੋਰ ਸਾਡੇ ਹੁੰਦਾ ਸੀ ਜਿਨ੍ਹਾਂ ਨੂੰ ਲਾਗੀ ਕਹਿੰਦੇ ਸੀ। ਲਾਗੀ ਉਹ ਸੀਗੇ ਜਿਹੜੇ ਸਾਡੇ ਉਧਰੋਂ ਉਧਰੀ ਸੁਨੇਹੇ ਲੈ ਕੇ ਜਾਂਦੇ ਸੀਗੇ ਜਾਂ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਕੰਮ ਕਰਦੇ ਸੀ। ਉਹ ਲੋਕ ਵੀ ਜਿਹੜੇ ਆ ਉਹ ਕਿਤੇ ਪੱਖੋਂ ਹੀ ਜਿਹੜਾ ਉਹ ਉਹਨਾਂ ਦਾ ਸੀਗਾ, ਪਰ ਉਹਨਾਂ ਨੂੰ ਵੀ ਸਨਮਾਨਜਨਕ ਢੰਗ ਨਾਲ ਹੀ ਉਹ ਮੰਗਦੇ ਸੀ ਤੇ ਸਨਮਾਨਜਨਕ ਢੰਗ ਨਾਲ ਹੀ ਦਿੱਤਾ ਜਾਂਦਾ। ਬਟ ਸਹਿਜੇ ਸਹਿਜੇ ਇਹਦੇ ਵਿੱਚ ਇਹ ਵੀ ਹੋਇਆ ਵੀ ਕੁਛ ਜਦੋਂ ਸਮਾਜ ਦੇ ਵਿੱਚ ਗੱਲ ਆਈ, ਚੇਤਨਤਾ ਆਈ, ਜਿਹੜੇ ਕੁਝ ਮਜਬੂਰੀ ਵਸ ਸੀਗੇ ਲੋਕ ਉਹ ਮੰਗਦੇ ਸੀਗੇ, ਜਿਨ੍ਹਾਂ ਵਿੱਚ ਕਈ ਅੰਨੇ ਲੋਕ ਸੀਗੇ, ਲੰਗੜੇ ਸੀਗੇ ਜਾਂ ਕੋੜੇ ਸੀਗੇ ਜਾਂ ਅੰਗੋਣ ਸੀਗੇ ਜਾਂ ਕਈ ਇਸ ਤਰ੍ਹਾਂ ਦੇ ਵੀ ਲੋਕ ਸੀਗੇ ਜਿਹੜੇ ਸਰੀਰਕ ਤੌਰ ਤੇ ਕੰਮ ਨਹੀਂ ਸੀ ਕਰਦੇ, ਉਹ ਵੀ ਮੰਗਦੇ ਸੀ। ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਉਹਨਾਂ ਨੂੰ ਵੀ ਲੋਕ ਇਹ ਚੀਜ਼ਾਂ ਦੇ ਕੇ ਉਹਨਾਂ ਨੂੰ ਕੋਈ ਚੀਜ਼ ਦਾਨ ਪੁੰਨ ਕਰਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਸੀ ਕਿ ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹਨਾਂ ਜ਼ਰੂਰਤਮੰਦਾਂ ਦੀ ਕੁਛ ਮਦਦ ਕੀਤੀ ਹੈ। ਪਰ ਸਹਿਜੇ ਸਹਿਜੇ ਇਹ ਜਿਹੜਾ ਮੰਗਣਾ ਹੈ ਇਹਦਾ ਕਰੂਪਤਾ ਜਿਹੜੀ ਆ ਉਹ ਵੱਧਦੀ ਗਈ। ਇਹਦੇ ਵਿੱਚ ਫਿਰ ਲੋਕਾਂ ਨੇ ਪ੍ਰੋਫੈਸ਼ਨ ਬਣਾ ਲਿਆ ਮੰਗਣਾ। ਫਿਰ ਇਹਦੇ ਵਿੱਚ ਹੋਰ ਆ ਗਈ ਵੀ ਉਹ ਸਾਡੇ ਵਿਹਲੜ ਸਾਧ ਆ ਗਏ, ਜਿਹੜੇ ਵੱਡੇ ਵੱਡੇ ਡੇਰਿਆਂ ਦੇ ਮਾਲਕ ਨੇ ਉਹ ਆ ਗਏ ਮੰਗਣ। ਫਿਰ ਧਾਰਮਿਕ ਸੰਸਥਾਵਾਂ ਨੇ ਆਰਗੇਨਾਈਜ਼ ਰੂਪ ਦੇ ਵਿੱਚ ਜਿਹੜਾ ਉਹ ਮੰਗਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਕੁਝ ਜਾਲੀ ਦੇ ਲੋਕ ਵੀ ਆ ਗਏ ਜਿਹੜੇ ਜਾਲੀ ਕਾਰ ਸੇਵਾ ਦੇ ਨਾਂ ਤੇ ਰਸੀਦਾਂ ਬਣਾਈ ਫਿਰਦੇ ਹੁੰਦੇ ਸੀ। ਉਹ ਕਈ ਥਾਈਂ ਲੋਕਾਂ ਨੇ ਫੜੇ ਨੇ, ਉਹ ਵੀ ਜ਼ਬਰਦਸਤੀ ਮੰਗਦੇ ਸੀਗੇ ਜੀ। ਫਿਰ ਇਹਦੇ ਵਿੱਚ ਇੱਕ ਹੋਰ ਆ ਗਿਆ ਕਿ ਅੱਜ ਕੱਲ੍ਹ ਇੱਕ ਅਨਾਥ ਆਸ਼ਰਮਾਂ ਦੇ ਨਾਂ ਦੇ ਉੱਤੇ ਕੁਝ ਲੋਕ ਤਾਂ ਸੱਚ ਦੇ ਵਿੱਚ ਅੱਛਾ ਕੰਮ ਕਰ ਰਹੇ ਨੇ, ਅਨਾਥ ਆਸ਼ਰਮ ਪਿੰਗਲਵਾੜੇ ਬਣਾ ਕੇ। ਬਟ ਕੁਝ ਜਾਲੀ ਸੰਸਥਾਵਾਂ ਨੇ ਜਿਹੜੀਆਂ ਉਹ ਲੁੱਟ ਸੁੱਟ ਕਰ ਰਹੀਆਂ। ਔਰ ਉਹ ਜਿਹੜੇ ਜਾਲੀ ਵਾਲੇ ਨੇ ਨਾ ਉਹ ਤਾਂ ਬੜੀ ਜ਼ਬਰਦਸਤੀ ਮੰਗਦੇ ਆ ਤੁਹਾਤੋਂ। ਜਿਹੜੇ ਅਸਲੀ ਵਾਲੇ ਨੇ ਉਹ ਤਾਂ ਕਹਿੰਦੇ ਨੇ ਵੀ ਜੋ ਤੁਸੀਂ ਕਹੋ ਲਿਆਓ, ਜਿਹੜਾ ਅਸੀਂ ਤੁਹਾਨੂੰ ਦੇ ਦਿੰਦੇ ਆ, ਜੋ ਤੁਸੀਂ ਉਹਦੇ 'ਚ ਆਪਣਾ ਤਿਲ ਫੁੱਲ ਪਾਉਣਾ ਹੈ ਉਹ ਪਾਓ। ਪਰ ਜਾਲੀ ਵਾਲੇ ਤਾਂ ਤੁਹਾਡੇ ਮਗਰ ਪੈ ਜਾਂਦੇ ਆ, ਉਹ ਤੁਹਾਡੇ ਤੋਂ ਜ਼ਬਰਦਸਤੀ। ਕਈ ਪਿੰਡਾਂ ਦੇ ਵਿੱਚ ਟਕਰਾਅ ਵੀ ਹੋਏ ਨੇ ਕਿ ਉਹ ਜਿਹੜੇ ਜਾਲੀ ਵਾਲੇ ਬੋੜਾਂ ਦੇ ਉੱਤੋਂ ਜਦੋਂ ਤੁਹਾਡੀ ਵਢਾਈ ਹੁੰਦੀ ਆ ਜ਼ਬਰਦਸਤੀ ਬੋਰੀਆਂ ਭਰਦੇ ਨੇ। ਉੱਥੇ ਲੋਕਾਂ ਨੇ ਵੀ ਉਹਨਾਂ ਦਾ ਜਥੇਬੰਦਕ ਤੌਰ ਤੇ ਵਿਰੋਧ ਕੀਤਾ। ਸੋ ਇਸ ਵਿਚਾਰ ਚਰਚਾ ਦੇ ਵਿੱਚ ਅੱਗੇ ਅੱਗੇ ਜਿਹੜੇ ਹੋਰ ਵੱਖ-ਵੱਖ ਤਰ੍ਹਾਂ ਦੇ ਮੰਗਤੇ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਜਿਹੜੇ ਜਬਰੀ ਮੰਗ ਰਹੇ ਨੇ, ਕਲੰਕ ਲਾ ਰਹੇ ਨੇ ਸਮਾਜ ਨੂੰ। ਔਰ ਇਹ ਜਿਹੜੀ ਪ੍ਰਵਿਰਤੀ ਆ ਇਹਦੇ ਉੱਤੇ ਹੋਰ ਵੀ ਵਿਚਾਰ ਚਰਚਾ ਜਿਹੜੀ ਆ ਗਾੜੀ ਆਪਾਂ ਸ਼ੁਰੂ ਕਰਦੇ ਹਾਂ। ਬਿਲਕੁਲ ਹੰਸਪਾਲ ਜੀ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਪੰਜਾਬੀ ਦੇ ਸੁਭਾਅ 'ਚ ਮੰਗਣਾ ਨਹੀਂ ਆ, ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਜੋ ਸਿੱਖਿਆ ਦਿੱਤੀ, ਇੱਥੋਂ ਤੱਕ ਵੀ ਜਿਹੜੇ ਤੁਸੀਂ ਹੁਣ ਜੋੜੇ ਨੇ ਸਾਰੇ ਆਪਾਂ ਉੱਤੇ ਵੀ ਖੁੱਲ੍ਹ ਕੇ ਅੱਗੇ ਗੱਲ ਕਰਦੇ ਹਾਂ ਕਿ ਕੁਝ ਇੱਕ ਮਜਬੂਰੀਆਂ ਨੇ ਜਿਹਦੇ ਵਿੱਚ ਕੁਝ ਪਰੰਪਰਾਵਾਂ ਵੀ ਨੇ ਤੁਸੀਂ ਜੋੜੀਆਂ ਨੇ, ਜਿਹਦੇ ਵਿੱਚ ਜਿੱਥੋਂ ਤੱਕ ਲਾਗੀ ਨਾਈ ਜਾਂ ਜਿਹੜੇ ਉਹ ਕੰਮ ਕਰਨ ਵਾਲੇ ਲੋਕ ਉਹਨਾਂ ਨੂੰ ਮੰਗਣ ਵਾਲਿਆਂ ਦੀ ਸ਼੍ਰੇਣੀ 'ਚ ਨਹੀਂ ਰੱਖ ਸਕਦੇ ਆਪਾਂ, ਕਿਉਂਕਿ ਉਹ ਮੰਗਦੇ ਨਹੀਂ ਸੀਗੇ। ਉਹਨਾਂ ਦਾ ਇੱਕ ਕਿਸਮ ਦਾ ਸਾਡੇ ਸਮਾਜ ਦੇ ਵਿੱਚ ਪੁਰਾਤਨ ਸਮਿਆਂ ਦੇ ਵਿੱਚ ਆਦਾਨ ਪ੍ਰਦਾਨ ਸੀ ਕੁਝ ਇਸ ਤਰ੍ਹਾਂ ਦਾ ਕਿ ਜਿਹੜਾ ਉਹਨਾਂ ਨੇ ਸਾਰਾ ਸਾਲ ਕੰਮ ਕਰਨਾ ਹੁੰਦਾ ਸੀਗਾ,
ਪਰਿਵਾਰਾਂ ਨਾਲ, ਜਿੱਦਾਂ ਮਤਲਬ ਉਹਨੂੰ ਇੱਕ ਸਾਂਝੀਵਾਲਤਾ ਦਾ ਇੱਕ ਕਨਸੈਪਟ ਸੀਗਾ ਪੰਜਾਬ ਦੇ ਵਿੱਚ ਕਿ ਇੱਕ ਬੰਦੇ ਕੋਲ 4 ਖੇਤ ਆ ਤੇ ਉਹਦੇ ਖੇਤਾਂ ਦੇ ਵਿੱਚ ਉਹਦੇ ਨਾਲ ਹੱਥ ਵਟਾਉਣ ਲਈ ਲਗਭਗ ਜਿੰਨੀਆਂ ਵੀ ਬਰਾਦਰੀਜ਼ ਹੈਗੀਆਂ ਨੇ ਉਹ ਮਿਲ ਜੁਲ ਕੇ ਕੰਮ ਕਰਦੀਆਂ ਸੀਗੀਆਂ। ਮੈਨੂੰ ਯਾਦ ਹੈ ਨਿੱਕੇ ਹੁੰਦੇ ਜਦੋਂ ਅਸੀਂ ਦਾਤਰੀ ਦੇ ਦੰਦੇ ਕਢਾਉਣ ਜਾਂਦੇ ਸੀ, ਰੰਬਾ ਕਈ ਚੁਣਾਉਣ ਜਾਂਦੇ ਸੀ ਤੇ ਕਦੀ ਜੇਬ 'ਚ ਪੈਸੇ ਪਾ ਕੇ ਨਹੀਂ ਸੀ ਲੈ ਕੇ ਗਏ। ਜਦੋਂ ਉੱਥੇ ਜਾਂਦੇ ਸੀ ਭੱਠੀ ਤੇ ਬੈਠੇ ਹੋਏ ਜਿਹੜੇ ਸਾਡੇ ਉਹ ਲੋਹਾਰ ਜਾਂ ਤਰਖਾਣ ਜਿਹੜਾ ਵੀ ਕੰਮ ਕਰਦੇ ਸੀਗੇ, ਉਹ ਆਪਣੀ ਕਿਰਤ ਦਾ ਇੱਕ ਕਿਸਮ ਦਾ ਇਵਜ਼ਾਨੇ ਵਜੋਂ ਜਦੋਂ ਫਸਲ ਆਉਂਦੀ ਸੀ ਤੇ ਕੁਝ ਚੀਜ਼ਾਂ ਉਹਨਾਂ ਲਈ ਉਹਨਾਂ ਦਾ ਹਿੱਸਾ ਰਾਖਵਾ ਰੱਖਿਆ ਜਾਂਦਾ ਸੀ। ਉਹਨੂੰ ਅਸੀਂ ਮੇਰੇ ਖਿਆਲ 'ਚ ਮੰਗਣ ਵਾਲੀ ਕੈਟਾਗਰੀ 'ਚ ਸ਼ਾਮਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਉਹ ਕੰਮ ਹੈ ਉਹ ਇੱਕ ਕਿਰਤ ਦਾ ਕੰਮ ਹੀ ਸੀਗਾ, ਔਰ ਦੂਸਰਾ ਉਹ ਇੱਕ ਸਾਡੇ ਇੱਕ ਸਾਂਝੀਵਾਲਤਾ ਦਾ, ਔਰ ਜਾਂ ਇੰਝ ਕਹਿ ਲਓ ਕਿ ਜਿਹੜਾ ਵਪਾਰਕ ਦੌਰ ਹੁਣ ਚੱਲਿਆ ਪੈਸੇ ਦਾ ਲੈਣ ਦੇਣ ਕਰਕੇ ਚੀਜ਼ ਖਰੀਦਣ ਦਾ, ਉਦੋਂ ਉਹ ਚੱਲਣ ਨਹੀਂ ਸੀਗਾ। ਉਹ ਫਸਲ ਦੇ ਉੱਤੇ ਕਿਉਂਕਿ ਸਾਰੀ ਟੇਕ ਹੁੰਦੀ ਸੀ ਤੇ ਫਸਲ ਦੇ ਵੇਲੇ ਹੀ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਸੀ। ਮੈਨੂੰ ਯਾਦ ਹੈ ਕਿ ਜਿਹੜੇ ਸਾਂਸੀ ਗਗੜੇ ਬਰਾਸੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਵੀ ਮੁਫਤ 'ਚ ਨਹੀਂ ਮੰਗਦੇ। ਜਦੋਂ ਕਦੀ ਸਾਡੇ ਘਰਾਂ 'ਚ ਖੁਸ਼ੀ ਦੇ ਸਮੇਂ ਆਉਂਦੇ ਸੀਗੇ ਜਾਂ ਕੋਈ ਹੋਰ ਵੀ ਕੰਮ ਇਸ ਤਰ੍ਹਾਂ ਦੇ ਆਉਂਦੇ ਸੀ, ਵੀ ਉਹਨੂੰ ਦੁੱਖ ਦੇ ਸੁਨੇਹੇ ਵੀ ਉਹ ਲੋਕ ਹੀ ਪਹੁੰਚਾਉਂਦੇ ਸੀ ਤੇ ਉਹਨਾਂ ਲਈ ਕਹਿੰਦੇ ਹੁੰਦੇ ਸੀ ਮੱਕੜਾ ਕੱਢਣਾ। ਮੇਰੇ ਸਾਡੇ ਮਾਝੇ 'ਚ ਸ਼ਬਦ ਤੁਸੀਂ ਵੀ ਸ਼ਾਇਦ ਜਾਣਦੇ ਹੋਗੇ। ਜਦੋਂ ਵਾਢੀ ਪੈਂਦੀ ਸੀ ਉਹਨਾਂ ਲਈ ਵੱਖਰੀਆਂ ਕੁਝ ਭਰੀਆਂ ਰੱਖੀਆਂ ਜਾਂਦੀਆਂ ਸੀਗੀਆਂ ਕਿ ਇਹ ਉਸ ਕੈਟਾਗਰੀ ਦੇ ਲੋਕਾਂ ਲਈ ਆ। ਮੈਂ ਜਿੱਥੋਂ ਤੱਕ ਸਮਝਦਾ ਕਿ ਉਹ ਉਹਨਾਂ ਦੀ ਸਾਰੇ ਸਾਲ ਦੀ ਕਿਰਤ ਦਾ ਵਜ਼ਾਨਾ ਹੁੰਦਾ ਸੀ, ਕਿਉਂਕਿ ਪਿੰਡ ਦੇ ਵਿੱਚ ਜੇ ਕਿ ਸਮਝ ਲਓ ਕਿ 100 ਪਰਿਵਾਰ ਕੋਲ ਖੇਤ ਹੈ ਤੇ ਉਹਦੇ ਵਿੱਚ 20 ਪਰਿਵਾਰ ਐਸੇ ਆ ਜਿਹੜੇ ਖੇਤ ਨਹੀਂ ਰੱਖਦੇ, ਪਰ ਉਹ ਖੇਤੀ ਦੇ ਉੱਤੇ ਡਿਪੈਂਡੈਂਟ ਸੀਗੇ ਕਿਸੇ ਤਰੀਕੇ ਨਾਲ, ਤੇ ਉਹ ਖੇਤੀ ਦੇ ਕੰਮਾਂ ਦੇ ਵਿੱਚ ਸਾਰਾ ਸਾਲ ਉਹ ਕਿਸਾਨ ਪਰਿਵਾਰਾਂ ਦਾ ਜਿਹੜਾ ਸੀਗਾ ਉਹ ਸਾਥ ਦਿੰਦੇ ਸੀ ਤੇ ਉਹਦੇ ਵਜ਼ਾਨੇ ਵਜੋਂ ਉਹਨਾਂ ਦੀ ਮਿਹਨਤ ਦਾ ਮੁੱਲ ਹੀ ਉਹਨਾਂ ਨੂੰ ਮਿਲਦਾ ਸੀ। ਮੈਂ ਇਹਨੂੰ ਇਸ ਤਰ੍ਹਾਂ ਲੈਣਾ ਥੋੜਾ ਜਿਹਾ ਜੀ। ਬਿਲਕੁਲ ਗਿੱਲ ਸਾਹਿਬ, ਮੇਰਾ ਆਪ ਜਿਹੜਾ ਸਬੰਧ ਆ ਛੋਟੇ ਹੁੰਦਿਆਂ ਰਾਮਗੜੀਆ ਪਰਿਵਾਰ ਨਾਲ ਹੀ ਰਿਹਾ। ਔਰ ਸਾਡੇ ਅੱਧੇ ਘਰ ਜਿਹੜੇ ਆ ਉਹ ਤਰਖਾਣਾ ਕੰਮ ਕਰਦੇ ਸੀਗੇ ਔਰ ਅੱਧੇ ਘਰ ਜਿਹੜੇ ਆ ਉਹ ਲੋਹਾਰਾ ਕੰਮ ਕਰਦੇ ਸੀਗੇ। ਹਾਂਜੀ, ਉਹਦੇ ਵਿੱਚ ਇਹ ਹੋਇਆ ਕਿ ਮੇਰੇ ਫਾਦਰ ਸਾਹਿਬ ਜਿਹੜੇ ਆ ਉਸ ਨੂੰ ਛੱਡ ਕੇ ਉਹਨਾਂ ਰਾਜ ਮਿਸਤਰੀ ਦਾ ਕੰਮ ਸਿੱਖਿਆ ਸੀਗਾ, ਔਰ ਇਸ ਤਰ੍ਹਾਂ ਹੀ ਸਾਡੇ ਹੋਰ 3-4 ਤਾਏ ਚਾਚੇ ਸੀਗੇ, ਉਹਨਾਂ ਨੇ ਉਹਨੂੰ ਸੇਪ ਕਿਹਾ ਜਾਂਦਾ ਸੀਗਾ ਜੀ, ਸੇਪ ਦਾ ਕੰਮ ਅਸੀਂ ਕਰਦੇ ਹਾਂ, ਸੇਪੀ ਅਸੀਂ ਕਹਿੰਦੇ ਸੀਗੇ। ਔਰ ਮੇਰੇ ਗ੍ਰੈਂਡਫਾਦਰ ਉਹਨਾਂ ਦੇ ਭਰਾ ਜਿਹੜੇ ਦੂਸਰੇ ਆ, ਉਹ ਇੱਕ ਤਾਂ ਸਾਡੇ ਕੋਲ ਉੱਥੇ ਖਰਾਸ ਹੁੰਦਾ ਸੀ ਸਾਡੇ ਪਰਿਵਾਰ ਕੋਲ, ਉਹ ਖਰਾਸ ਦੇ ਉੱਤੇ ਲੋਕ ਜਿਹੜੇ ਆ ਬਹੁਤ ਸਾਰੇ ਦਾਣਾ ਪੀਣ ਆਉਂਦੇ ਸੀ, ਲੋਕ ਪਸ਼ੂ ਆਪਣੇ ਲੈ ਕੇ ਆਉਂਦੇ ਸੀ, ਬਟ ਉਸ ਖਰਾਸ ਦੀ ਮੁਰੰਮਤ, ਪਰ ਉਹ ਖਰਾਸ ਦਾ ਤੇ ਜਿਹੜਾ ਇਵਜ਼ ਹੁੰਦਾ ਸੀ ਆਟਾ ਜਾਂ ਜੋ ਵੀ ਲੋਕ ਪੀਸਦੇ ਸੀ ਉਹ ਨਾਲੋਂ ਨਾਲ ਸਾਨੂੰ ਦੇ ਜਾਂਦੇ ਸੀਗੇ। ਬਟ ਜਿਹੜਾ ਅਸੀਂ ਤਰਖਾਣਾ ਕੰਮ ਤੇ ਲੋਹਾਰਾ ਕੰਮ ਕਰਦੇ ਸੀਗੇ ਉਹਦਾ ਸਾਨੂੰ ਸਾਲ ਬਾਅਦ ਜਿਹੜਾ ਦਿੰਦੇ ਸੀ। ਔਰ ਜਿਹੜੀ ਤੁਸੀਂ ਮੱਕੜੇ ਦੀ ਗੱਲ ਕੀਤੀ ਆ ਉਹਨੂੰ ਕਹਿੰਦੇ ਸੀ ਭਰੀਆਂ ਦੇਣਾ, ਆਪਣੇ ਮਾਝੇ ਦੇ ਉਹਨੂੰ ਭਰੀਆਂ ਦੇਣਾ। ਇਹ ਮੱਕੜਾ ਜਿਹੜਾ ਸ਼ਬਦ ਆ ਇਹ ਧੀਆਂ ਧਿਆਣੀਆਂ ਨੂੰ ਤੇ ਛੋਟੇ ਬੱਚਿਆਂ ਦੇ ਨਾਂ ਦਾ, ਜੀ ਬਿਲਕੁਲ ਸਹੀ ਕਿਹਾ ਤੁਸੀਂ। ਹਾਂਜੀ, ਉਹ ਜਿਹੜੀਆਂ ਧੀਆਂ ਹੁੰਦੀਆਂ ਸੀ ਉਹਨਾਂ ਨੂੰ ਥੋੜਾ ਜਿੰਨੀ ਰੋਜ਼ ਕਣਕ ਵੱਢੀ ਜਾਂਦੀ ਸੀ, ਅਲਟੀਮੇਟਲੀ ਉਹਨਾਂ ਦੀਆਂ 1, 2 ਜਾਂ 3 ਭਰੀਆਂ ਜਿੰਨੀਆਂ ਬਣ ਜਾਂਦੀਆਂ ਸੀ, ਉਹਦੇ ਇਵਜ਼ ਤੇ ਉਹਨਾਂ ਨੂੰ ਦਾਣੇ ਦੇ ਦਿੱਤੇ ਜਾਂਦੇ। ਬੰਨ ਵੱਖਰਾ ਇੱਕ ਢੰਗ ਸੀ ਆਪਣੇ ਬੱਚਿਆਂ ਨੂੰ ਵੀ ਉਹ ਦੇਣ ਦਾ, ਖੁਸ਼ ਰੱਖਣ ਦਾ, ਨਾਲ ਜੋੜਨ ਦਾ, ਬਿਲਕੁਲ ਖੁਸ਼ ਰੱਖ ਕੇ ਨਾਲ ਜੋੜਨ ਦਾ। ਪਿੰਡ ਦੇ ਵਿੱਚ ਜਾ ਕੇ ਉਹ ਵੀ ਮੰਗਦੀਆਂ ਸੀ ਮੱਕੜਾ, ਇੱਕ ਉਹ ਵੀ ਮੰਗਦੀਆਂ ਸੀ ਕਿ ਸਾਨੂੰ ਦਿਓ ਮੱਕੜਾ, ਤੇ ਉਹ ਮੱਕੜਾ ਖਾਸ ਤੌਰ ਤੇ ਕਣਕ ਦੇ ਵਿੱਚ ਜਿਹੜਾ ਦਿੱਤਾ ਜਾਂਦਾ ਸੀਗਾ। ਔਰ ਉਹ ਜਿਹੜੀ ਫਿਰ ਉਹਨੇ ਦਾਣੇ ਦੇ ਕੇ ਉਹਨਾਂ ਕਹਿਣਾ ਕਿ ਫਲਾਣੀ ਦੇ ਇੰਨੇ ਦਾਣੇ ਬਣ ਗਏ ਇਸ ਭਰੀ ਚੋਂ ਤੇ ਇਹਨੂੰ ਇਹਦੇ ਕੋਲ ਕੱਪੜਾ ਵਧੀਆ ਲੈ ਦਿਓ ਜਾਂ ਕੁਛ ਲੈ ਦਿਓ। ਸੋ ਉਹ ਜ਼ਿੰਦਗੀ ਦੇ ਜਿਹੜੇ ਮੰਗਣੇ ਸੀ, ਮੰਗਣ ਦੇ ਢੰਗ ਸੀਗੇ ਉਹ ਬੜੇ ਖੂਬਸੂਰਤ ਸੀ ਔਰ ਜ਼ਿੰਦਗੀ ਨੂੰ ਜ਼ਿੰਦਾ ਰੱਖਣ ਵਾਲੇ ਸੀ। ਸਾਡੇ ਪ੍ਰੋਗਰਾਮ ਦਾ ਨਾਂ ਜਿਹੜਾ ਜ਼ਿੰਦਗੀ ਦੇ ਅੰਗ ਸੰਗ ਆ, ਉਹਦੇ ਵਿੱਚ ਜਿੰਨੀ ਅਸੀਂ ਚਰਚਾ ਕਰਦੇ ਹਾਂ ਉਹ ਇਹੀ ਕਰਦੇ ਆ ਕਿ ਉਹ ਸਾਡੀ ਜ਼ਿੰਦਗੀ ਦੇ ਅੰਗ ਸੰਗ ਚੱਲਦੇ ਸੀ। ਬਟ ਹੁਣ ਜਿਹੜੇ ਕਰੂਪ ਚਿਹਰੇ ਆ ਗਏ ਨੇ ਸਾਡੇ ਸਾਹਮਣੇ, ਉਹਦੇ ਵਿੱਚ ਤਾਂ ਹੋਰ ਕੁਛ ਆ। ਪਰ ਹੁਣ ਵੀ ਅੱਜ ਵੀ ਕਈ ਵਾਰ ਮਜਬੂਰੀ 'ਚ ਮੰਗਣਾ ਪੈਂਦਾ ਹੈ। ਕਿਤੇ ਸਾਡੇ ਸਪੈਸ਼ਲੀ ਭਾਰਤ ਦੇਸ਼ ਵਿੱਚ ਕਿਤੇ ਕੁਦਰਤੀ ਆਫਤਾਂ ਆ ਜਾਂਦੀਆਂ ਨੇ, ਕੁਦਰਤੀ ਕਰੋਪੀਆਂ ਆ ਜਾਂਦੀਆਂ, ਕੋਈ ਭੁਚਾਲ ਆ ਜਾਂਦੇ ਨੇ, ਸੋਕੇ ਪੈ ਜਾਂਦੇ ਨੇ, ਕੋਈ ਹੜ੍ਹਾਂ ਤੋਂ ਪੀੜਤ ਲੋਕ ਹੁੰਦੇ ਨੇ, ਤੇ ਉੱਥੇ ਵੀ ਲੋਕ ਹੁਣ ਮਦਦ ਕਰਨ ਜਾਂਦੇ ਆ, ਜਾਂ ਉਹ ਅਦਰ ਸਟੇਟਸ ਦੇ ਲੋਕ ਸਾਡੀਆਂ ਸਟੇਟਸ ਦੇ ਵਿੱਚ ਆਣ ਕੇ ਉਹ ਜਿਹੜਾ ਹੈ ਉਹ ਮੰਗਦੇ ਆ। ਔਰ ਲੋਕ ਅਜੇ ਵੀ ਰੱਬ ਦੇ ਨਾਂ ਦੇ ਉੱਤੇ ਜਿਹੜਾ ਹੈ ਨਾ ਉਹਨਾਂ ਨੂੰ ਉਹ ਖੁਸ਼ ਹੋ ਕੇ ਦਿੰਦੇ ਆ। ਬਟ ਜਿਹੜੇ ਜਥੇਬੰਦਕ ਤੌਰ ਦੇ ਉੱਤੇ ਹੁਣ ਮੰਗਣਾ ਸ਼ੁਰੂ ਹੋ ਗਿਆ ਹੈ ਨਾ,
ਜਿਹੜਾ ਇੱਕ ਕੁਰੀਤੀ ਦੇ ਤੌਰ ਤੇ, ਇੱਕ ਕਿੱਤੇ ਦੇ ਤੌਰ ਤੇ ਹੋ ਗਿਆ ਹੈ, ਉਹ ਸਾਡੇ ਸਮਾਜ ਲਈ ਬਹੁਤ ਚਿੰਤਾ ਵਾਲੀ ਗੱਲ ਹੈ। ਔਰ ਉਹ ਚਿੰਤਾ ਦੇ ਵਿੱਚ ਪਾ ਵੀ ਰਿਹਾ ਹੈ ਸਮਾਜ ਨੂੰ। ਜੀ ਅੱਛਾ, ਮੈਂ ਹੰਸਪਾਲ ਜੀ ਗੱਲ ਇਸ ਤੋਂ ਸ਼ੁਰੂ ਕੀਤੀ ਸੀਗੀ, ਜਿੱਦਾਂ ਫਿਰ ਦੁਬਾਰਾ ਮੈਂ ਫਿਰ ਉੱਥੇ ਆਉਣਾ ਆ ਕਿ ਆਮ ਤੌਰ ਤੇ ਜਿਵੇਂ ਤੁਸੀਂ ਵੀ ਦੱਸ ਹੀ ਦਿੱਤਾ ਕਿ ਬਾਹਰ ਦੀਆਂ ਸਟੇਟਾਂ ਤੋਂ ਕੁਝ ਲੋਕ ਆਉਂਦੇ ਸੀਗੇ ਮੰਗਣ, ਉਹਨਾਂ ਦਾ ਤਰੀਕਾਕਾਰ ਹੋ ਰਿਹਾ, ਪੰਜਾਬੀਆਂ ਦਾ ਰਹਿਣ ਸਹਿਣ ਤੇ ਜਿਹੜਾ ਤਰੀਕਾਕਾਰ ਹੈ ਕੁਝ ਅਲੱਗ ਤਰ੍ਹਾਂ ਦਾ। ਜਿਵੇਂ ਅਸੀਂ ਦੱਸਿਆ ਕਿ ਭਾਈਚਾਰਕ ਸਾਂਝਾਂ ਨੂੰ, ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਨਾਲ ਜੋੜੀ ਰੱਖਣ ਲਈ ਇੱਕ ਰਵਾਇਤੀ ਸਾਡੇ ਜਿਹੜੇ ਬਣੇ ਹੋਏ ਸੀਗੇ ਉਹ ਇੱਕ ਅਲੱਗ ਤਰ੍ਹਾਂ ਦੀ ਗੱਲ ਸੀਗੀ। ਪਰ ਜਿਸ ਤਰ੍ਹਾਂ ਸਾਡੇ ਲੋਕ ਧਾਰਾ ਵਿੱਚ ਵੀ ਬਾਰ-ਬਾਰ ਆਉਂਦਾ ਆ ਤੇ ਗੁਰਬਾਣੀ ਵਿੱਚ ਵੀ ਵਾਰ-ਵਾਰ ਇਸ ਗੱਲ ਦੀ ਤਾਕੀਦ ਕੀਤੀ ਗਈ ਆ। ਗੁਰਬਾਣੀ 'ਚ ਮਲਾਰ ਕੀ ਵਾਰ ਦੇ ਵਿੱਚ ਜਿਹੜਾ ਭੀਖ ਮੰਗਣ ਦਾ ਜ਼ਿਕਰ ਹੈ ਉਹਦੇ ਵਿੱਚ ਕਿਹਾ ਗਿਆ ਹੈ, ਦੁਨੀਆ ਕੇ ਦਰ केतड़े केते आवे जाए, केते मंगन मंगते केते मंग मंग जाए। सो ਉਹ ਇਸ ਤਰ੍ਹਾਂ ਦੇ ਸ਼ਬਦਾਵਲੀ ਹੈ। ਔਰ ਗੁਰੂ ਨਾਨਕ ਬਾਰੇ ਗੁਰੂ ਨਾਨਕ ਜੀ ਨੇ ਜਿੱਦਾਂ ਕਿਰਤ ਦੀ ਗੱਲ ਕੀਤੀ ਆ, ਸਾਰੀ ਉਮਰ ਉਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਆਪਣਾ ਉਪਦੇਸ਼ ਦਿੱਤਾ, ਫਿਰ ਉਪਦੇਸ਼ ਨੂੰ ਅਮਲੀ ਰੂਪ ਦੇਣ ਲਈ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਵਿੱਚ 18 ਸਾਲ ਖੇਤੀ ਕੀਤੀ, ਕਿਰਤ ਕੀਤੀ। ਉਹਨਾਂ ਵੀ ਬੜਾ ਸਪਸ਼ਟ ਕੀਤਾ ਕਿ ਜਿਹੜੇ ਲੋਕ ਢੋਂਗੀ ਆ, ਜਿਹੜੇ ਆਪਣੇ ਆਪ ਨੂੰ ਪੀਰ ਫਕੀਰ ਕਹਿੰਦੇ ਆ ਤੇ ਮੰਗਣ ਜਾਂਦੇ ਆ ਕਿਸੇ ਦੇ ਘਰ, ਉਹ ਪੀਰ ਹੋ ਹੀ ਨਹੀਂ ਸਕਦੇ। ਉਹ ਕਹਿੰਦੇ ਨਾ, ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ, ਆਪ ਕਮਾਏ ਕੁਝ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਤੇ ਸਾਨੂੰ ਇਹ ਸਿੱਖਿਆ ਦੇ ਕੇ ਗਏ ਕਿ ਕਿਰਤ ਜਿਹੜੀ ਆ ਉਹ ਸਭ ਤੋਂ ਉੱਤਮ ਆ। ਕਿਰਤ ਕਰਕੇ ਉਹਦੇ ਚੋਂ ਕੁਝ ਦਸਵੰਧ ਕੱਢ ਕੇ ਤੁਸੀਂ ਕਿਸੇ ਦੂਜੇ ਲੋੜਵੰਦ ਦੀ ਮਦਦ ਕਰਦੇ ਹੋ ਤੇ ਉਹ ਤੁਹਾਡਾ ਅਸਲੀ ਰਾਹ ਹੈ। ਜਿਹੜੀ ਪ੍ਰਥਾ ਨੂੰ ਅੱਜ ਵੀ ਕਿਤੇ ਨਾ ਕਿਤੇ ਅਸੀਂ ਸਾਂਭੀ ਬੈਠੇ ਹਾਂ, ਉਹਦੇ ਰੂਪ ਬਦਲ ਗਏ ਨੇ, ਚਾਹੇ ਉਹ ਲੰਗਰ ਦੇ ਰੂਪ 'ਚ ਕਰ ਲਈਏ, ਚਾਹੇ ਕਿਸੇ ਹੋਰ ਰੂਪ 'ਚ ਕਰ ਲਈਏ, ਉਹ ਸਾਡੇ ਜਿਹੜੇ ਹਿਰਦਿਆਂ 'ਚ ਉਹ ਪੱਕੀ ਤੌਰ ਤੇ ਇੱਕ ਵੱਜੀ ਹੋਈ ਗੰਢ ਵਾਂਗੂ ਆ ਕਿ ਅਸੀਂ ਲੋੜਵੰਦ ਦੀ ਹੈਲਪ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ। ਅਸੀਂ ਜਦੋਂ ਆਪਣੀ ਆਈਡੀ ਵੀ ਚਲਾਉਂਦੇ ਪ੍ਰੋਗਰਾਮ ਤੋਂ ਇਹੋ ਹੀ ਕਹਿੰਦੇ ਹਾਂ ਕਿ ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣਾ ਸੱਭਿਆਚਾਰ ਨਾਲ ਲੈ ਕੇ ਗਏ। ਮਾੜੇ ਤੇ ਨਤਾਣੇ ਦੀ ਬਾਹ ਫੜਨਾ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਇਹ ਗਿੱਲ ਸਾਹਿਬ, ਤੁਹਾਡੀ ਗੱਲ ਤੋਂ ਅੱਗੇ ਹੀ ਗੁਰੂ ਸਾਹਿਬ ਨੇ ਤੇ ਗੁਰਬਾਣੀ 'ਚ ਬਹੁਤ ਸਪਸ਼ਟ ਕੀਤਾ ਹੈ। ਗੁਰੂ ਸਾਹਿਬ ਤੇ ਲਿਖਦੇ ਗੁਰਬਾਣੀ 'ਚ, ਲੋਕ ਢਿਕਾਰ ਕਹੇ ਮੰਗਤ ਜਨ, ਕਿਆ ਬਾਤ ਹੈ, ਮੰਗਤ ਮਾਣ ਨਾ ਪਾਇਆ। ਵਾਹ ਵਾਹ ਵਾਹ। ਗੁਰੂ ਸਾਹਿਬ ਨੇ ਬੜਾ ਸਪਸ਼ਟ ਦੇਤਾ ਕਿ ਉਹਨਾਂ ਦਾ ਜੀਵਨ ਤਰਕਾਰ ਆ। ਉਹ ਜਿਹੜੇ ਮੰਗਣ ਜਾਂਦੇ ਆ ਔਰ ਮੰਗ ਕੇ ਤੁਸੀਂ ਕਦੀ ਮਾਣ ਨਹੀਂ ਪਾ ਸਕਦੇ। ਪਰ ਨਾਲ ਹੀ ਗੁਰੂ ਸਾਹਿਬ ਇੱਕ ਗੱਲ ਹੋਰ ਸਾਨੂੰ ਉਪਦੇਸ਼ ਦਿੰਦੇ ਆ। ਉਹ ਕਹਿੰਦੇ, ਮੰਗਣ ਨੀਕਾ ਹਰ ਜਸ, ਗੁਰ ਤੇ ਮੰਗਣਾ। ਉਹ ਕਹਿੰਦੇ ਜੇ ਤੂੰ ਮੰਗਣਾ ਹੈ ਤੇ ਗੁਰੂ ਦੀ ਜਿਹੜੀ ਬਖਸ਼ਿਸ਼ ਮੰਗ, ਗੁਰੂ ਦੀ ਜਿਹੜੀ ਆਰਾਧਨਾ ਮੰਗ, ਤੇ ਜੋ ਕੁਝ ਮੰਗਣਾ ਹੈ ਉਹ ਅਕਾਲ ਪੁਰਖ ਤੋਂ ਮੰਗ। ਬੜਾ ਉੱਤਮ ਉਪਦੇਸ਼ ਹੈ ਇਸ ਗੱਲ ਦੇ ਵਿੱਚ ਕਿ ਮਨੁੱਖ ਨੇ ਮਨੁੱਖ ਤੋਂ ਕੀ ਮੰਗਣਾ। ਜੇ ਤੂੰ ਮੰਗਣਾ ਤੇ ਉਹ ਸਰਬ ਸਿਰਜਣਹਾਰ ਤੋਂ ਮੰਗ। ਆਪਣੀ ਬੇਸ਼ੱਕ ਪਦਾਰਥਵਾਦੀ ਸੋਚ ਹੈ, ਪਰ ਪਦਾਰਥਵਾਦੀ ਸੋਚ ਦੇ ਵਿੱਚ ਵੀ ਇਹ ਗੱਲ ਤਾਂ ਹੈਗੀ ਆ ਨਾ ਕਿ ਤੁਸੀਂ ਮੰਗੋ ਉਸ ਤੋਂ ਜਿਹੜਾ ਕੁਝ ਦੇਣ ਯੋਗ ਹੈ। ਜਿੱਥੇ ਦੇਣ ਯੋਗ ਹੀ ਨਹੀਂ ਹੈਗਾ, ਤੁਸੀਂ ਕਿਸੇ ਨਾਲ ਧੱਕੇ ਨਾਲ ਮੰਗਣਾ ਹੈ, ਤੁਸੀਂ ਧੱਕੇ ਨਾਲ ਕਿਸੇ ਦੇ ਬੋਝ ਤੋਂ ਉਠਾ ਲੈਣਾ ਹੈ, ਤੁਸੀਂ ਧੱਕੇ ਨਾਲ ਕਿਸੇ ਦੀ ਕਾਰ ਦੇ ਗਾੜੀ ਖਲੋ ਜਾਣਾ ਹੈ, ਤੁਸੀਂ ਧੱਕੇ ਨਾਲ ਜਿਹੜਾ ਮੰਗਣਾ ਹੈ, ਉਹਨੂੰ ਜਿਹੜਾ ਗੁਰੂ ਸਾਹਿਬ ਜਿਹੜੇ ਆ ਬਹੁਤ ਨਿੰਦਦੇ ਨੇ। ਔਰ ਗੁਰੂ ਸਾਹਿਬ ਕਹਿੰਦੇ ਕਿ ਇਹ ਸਾਡੇ ਜੀਵਨ ਦਾ ਹਿੱਸਾ ਨਹੀਂ ਹੈਗਾ। ਫਿਰ ਗੁਰੂ ਸਾਹਿਬ ਤੇ ਇਹ ਕਹਿੰਦੇ ਆ, ਦੇਂਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਤ ਨਾ ਆਵੀ ਅਣਗਿਣਤ ਭਰੇ ਭੰਡਾਰ। ਉਹ ਕਹਿੰਦਾ, ਗੁਰੂ ਮਹਾਰਾਜ ਕਹਿੰਦਾ ਉਸ ਕੁਦਰਤ ਦੇ ਬਹੁਤ ਨੇ, ਤੂੰ ਮਿਹਨਤ ਕਰ, ਚੰਗੇ ਕੰਮ ਕਰ, ਉਸ ਕੁਦਰਤ ਦਾ ਆਨੰਦ ਮਾਣ, ਉਸ ਕੁਦਰਤ ਨਾਲ ਇੱਕਮਿਕ ਹੋ ਤੇ ਉਹਦੇ ਤੇ ਭੰਡਾਰ ਭਰੇ ਨੇ ਜੋ ਮਰਜ਼ੀ। ਹੁਣ ਇਹੀ ਆ ਕਿ ਅਸੀਂ ਪੰਜਾਬੀਆਂ ਨੇ ਉਹ ਭੰਡਾਰਾਂ ਨੂੰ ਐਕਸਪਲੋਰ ਕੀਤਾ ਹੈ, ਅਸੀਂ ਧਰਤੀ ਨੂੰ ਐਕਸਪਲੋਰ ਕੀਤਾ ਹੈ। ਧਰਤੀ ਮਾਂ ਦੇ ਵਿੱਚੋਂ ਅਸੀਂ ਇੰਨੀ ਉਪਜਾਊ ਜਿਹੜਾ ਚੀਜ਼ਾਂ ਕੱਢੀਆਂ ਨੇ। ਜਦੋਂ ਇਹ ਦੇਸ਼ ਜਿਹੜਾ ਹੈ, ਇੱਥੇ ਭੁੱਖਮਰੀ ਸੀ, ਇੱਥੇ ਕਣਕ ਨਹੀਂ ਸੀ, ਇੱਥੇ ਚੌਲ ਨਹੀਂ ਸੀ। ਆਪਾਂ ਛੋਟੇ ਹੁੰਦੇ ਗਿੱਲ ਸਾਹਿਬ ਤਾਂ ਵੇਖਿਆ ਹੋਣਾ, ਜਦੋਂ ਅਸੀਂ 77-78 ਤੇ ਉਦੋਂ ਪੜ੍ਹਦੇ ਸੀਗੇ 10ਵੀਂ ਦੇ ਲਾਗੇ, ਇੱਕ ਮੈਕਸੀਕਨ ਕਣਕ ਜਿਹੜੀ ਆ ਸਾਡੇ ਤੋਂ ਆਉਂਦੀ ਨਹੀਂ ਸੀ, ਉਹ ਸਾਡੇ ਪਸ਼ੂ ਵੀ ਨਹੀਂ ਸੀ ਖਾਂਦੇ। ਜਿਹੜੀ ਮੈਕਸੀਕਨ ਕਣਕ ਅਮਰੀਕਾ ਤੋਂ ਮੰਗਾਈ ਗਈ ਸੀ। ਉਹ ਬਾਜੀ 62 ਤੋਂ ਬਾਅਦ ਜਦੋਂ ਚਾਈਨਾ ਯੁੱਧ ਹੋਇਆ, ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਇਹਨਾਂ ਨੇ ਜਦੋਂ ਕਿਹਾ ਨਾ ਕਿ ਸੋਮਵਾਰ ਵਾਲੇ ਦਿਨ ਵਰਤ ਰੱਖੋ ਤੇ ਭਾਰਤ ਨੂੰ ਅੰਨ ਦੀ ਲੋੜ ਹੈ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ,
ਉਦੋਂ ਉਹ ਕਣਕ ਜਿਹੜੀ ਆ ਉਹ ਯੂਨੀਵਰਸਿਟੀਆਂ ਦੀ ਮਦਦ ਨਾਲ ਬਾਹਰੋਂ ਮੰਗਵਾਈ ਗਈ ਸੀ। ਉਹਦਾ ਨਾਂ ਹੀ ਮੈਕਸੀਕਨ ਕਣਕ ਸੀ, ਲਾਲਚੀ ਕਣਕ। ਮੇਰੇ ਖਿਆਲ ਉਹ 65 66 ਤੋਂ ਹੀ ਵਰਤਾਰਾ ਸ਼ੁਰੂ ਹੋ ਗਿਆ ਸੀ। ਜਦੋਂ ਅਸੀਂ ਥੋੜੇ ਵੱਡੇ ਹੋਏ ਤੇ ਉਦੋਂ ਤੱਕ ਉਹ ਚੱਲਦਾ ਰਿਹਾ ਮੈਨੂੰ ਲੱਗਦਾ। ਔਰ ਉਹਦੇ ਨਾਲ ਹੋਰ ਸਾਰੀਆਂ ਬਹੁਤ, ਉਹਨੂੰ ਛੱਡ ਕੇ ਗਿੱਲ ਸਾਹਿਬ ਜਿਹੜਾ ਉਹਦੇ ਵਿੱਚ ਇੱਕ ਬੀਜ ਆਉਂਦਾ ਸੀ ਜਿਹੜਾ ਇਸ ਵੇਲੇ ਪੰਜਾਬ ਦੀ ਹਰ ਸੜਕ ਦੇ ਉੱਤੇ ਤੁਹਾਨੂੰ ਜਿਹੜਾ ਉਹ ਮਿਲੇਗਾ, ਜਿਹਨੂੰ ਗਾਜਰ ਬੂਟੀ ਜਾਂ ਕਾਂਗਰਸ ਗ੍ਰਾਸ ਕਹਿੰਦੇ ਆ। ਹਾਂਜੀ, ਬੋਟੈਨੀਕਲ ਜਿਹੜਾ ਨਾਮ ਹੈ ਪੈਰਾਥੀਨੀਅਮ ਹੈਗਾ। ਉਹ ਜਿਹੜੀ ਸਾਨੂੰ ਇੱਕ ਅਲਾਮਤ ਵੀ ਉਸੇ ਕਣਕ ਚੋਂ ਮਿਲੀ ਸੀ, ਉਸ ਕਣਕ ਦੇ ਵਿੱਚ ਹੀ ਉਹ ਬੀਜ ਆਇਆ ਸੀ। ਉਹਦਾ ਨਾਮ ਹੀ ਕਾਂਗਰਸ ਗ੍ਰਾਸ ਇਸੇ ਕਰਕੇ ਰੱਖਿਆ ਸੀਗਾ, ਜਾਂ ਗਾਜਰ ਬੂਟੀ, ਉਹਦਾ ਪੱਤਾ ਗਾਜਰ ਦੇ ਪੱਤਿਆਂ ਵਰਗਾ ਸੀਗਾ। ਔਰ ਉਹਦੇ ਤੇ ਮੈਂ ਇੱਕ ਸਾਡੇ ਟੀਚਰ ਸੀਗੇ ਪੀਟੀ ਸਿੰਘ ਰੰਧਾਵਾ ਜੀ, ਸਿਵਲ ਇੰਜੀਨੀਅਰ ਸੀਗੇ ਉਹ ਵੀ, ਜੇ ਤੁਸੀਂ ਜਾਣਦੇ ਹੋ ਗਵਰਨਮੈਂਟ ਪੋਲੀਟੈਕਨਿਕਸ, ਉਹਨਾਂ ਨਾਲ ਅਸੀਂ ਬਹੁਤ ਸਾਰੇ ਤਜਰਬੇ ਕੀਤੇ ਸੀ ਕਿ ਉਸ ਬੂਟੀ ਦੇ ਕੀ ਨੁਕਸਾਨ ਨੇ, ਗਾਜਰ ਬੂਟੀ ਦੇ। ਹਾਂਜੀ। ਅੱਛਾ ਹੰਸਪਾਲ ਜੀ, ਆਪਾਂ ਜਿਹੜੀ ਪੰਜਾਬ ਦੇ ਵਿਕਾਸ ਤੇ ਆਰਥਿਕਤਾ ਨਾਲ ਵੀ ਚੱਲਦੇ ਆ। ਮੇਰੇ ਦਿਮਾਗ 'ਚ ਇੱਕ ਤੁਹਾਡੀ ਜਦੋਂ ਤੁਸੀਂ ਗੁਰਬਾਣੀ ਦੇ ਕੁਝ ਸ਼ਬਦ ਮੈਨੂੰ ਸੁਣਾ ਰਹੇ ਸੀ ਤੇ ਇੱਕ ਬੜਾ ਖੂਬਸੂਰਤ ਵਿਚਾਰ ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ। ਮੇਰੇ ਦਿਮਾਗ 'ਚ ਚੱਲ ਰਿਹਾ ਸੀ ਕਿ ਜਦੋਂ ਅਸੀਂ ਗੁਰੂ ਸਾਹਿਬਾਂ ਦਾ ਜ਼ਿਕਰ ਕਰਦੇ ਆ ਨਾ, ਕਿਉਂਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਸਾਨੂੰ ਇੱਕ ਜੀਵਨ ਜਾਂਚ ਦੇ ਤੌਰ ਤੇ ਦਿੱਤੀ ਹੈ। ਅਧਿਆਤਮਵਾਦ ਵੀ ਹੋਏਗਾ, ਪਰ ਜੇ ਅਸੀਂ ਉਸ ਪੱਖ ਨੂੰ ਛੱਡ ਵੀ ਦਈਏ ਕਿ ਉਹਦਾ ਜਿਹੜਾ ਅਧਿਆਤਮਵਾਦੀ ਫਲਸਫਾ ਨੂੰ ਪਾਸੇ ਵੀ ਰੱਖ ਦਈਏ ਮੌਜੂਦਾ ਦੌਰ ਦੀ ਨੱਠ ਭੱਜ ਵਾਲੀ ਜ਼ਿੰਦਗੀ 'ਚ, ਤੇ ਜਿਹੜੀਆਂ ਜੀਵਨ ਜਾਂਚ ਨੇ ਨਾ ਉਹਦੇ ਬੜੇ ਖੂਬਸੂਰਤ ਦ੍ਰਿਸ਼ਟਾਂਤ ਨੇ ਉਹਦੇ ਵਿੱਚ। ਮੈਂ ਕਈ ਵਾਰ ਸੋਚਦਾ ਜਿੱਦਾਂ ਭਗਤ ਧੰਨੇ ਦੀ ਆਰਤੀ ਜਿਹੜੀ ਪੜ੍ਹਦੇ ਆ ਤੇ ਉਹਦੇ ਵਿੱਚ ਧੰਨਾ ਭਗਤ ਦਾ ਰੱਬ ਕੋਲੋਂ ਚੀਜ਼ਾਂ ਮੰਗਦਾ, ਤੇ ਰੱਬ ਕੋ ਵੀ ਮੰਗਦਾ ਇਦਾਂ ਨਹੀਂ ਹੈ ਕਿ ਉਹ ਲੰਮਾ ਪੀ ਕੇ ਤਰਲੇ ਲੈ ਕੇ ਮੰਗਦਾ ਵੀ ਮੈਨੂੰ ਦੇ ਦੇ, ਮੇਰਾ ਬਹੁਤ ਬੁਰਾ ਹਾਲ ਆ। ਉਹ ਰੱਬ ਨੂੰ ਹੀ ਕਹਿੰਦਾ ਸਿੱਧੇ ਤੌਰ ਤੇ ਵੀ ਆਹ ਚੀਜ਼ਾਂ ਮੈਨੂੰ ਦੇ, ਨਹੀਂ ਤੇ ਮੇਰੇ ਕੋਲ ਨਹੀਂ ਹੁੰਦੀ ਤੇਰੀ ਭਗਤੀ ਭੁਗਤੀ। ਮਤਲਬ ਅਸੀਂ ਮੰਗਦੇ ਵੀ ਆ, ਤੇ ਜਿੱਦਾਂ ਤੁਸੀਂ ਪਹਿਲਾਂ ਸ਼ਬਦ ਕਿਹਾ ਕਿ ਉਹ ਇੱਕ ਇੱਜ਼ਤ ਨਾਲ, ਇੱਕ ਦੂਜੇ ਨੂੰ ਮਾਣ ਮਰਿਆਦਾ ਨਾਲ। ਤੇ ਜੇ ਰੱਬ ਕੋ ਵੀ ਮੰਗਣ ਦਾ ਜੇ ਸਾਨੂੰ ਹੁਨਰ ਦੱਸਿਆ ਗਿਆ ਤੇ ਉਹ ਇਹ ਵੀ ਨਹੀਂ ਆ ਕਿ ਡੰਡੌਤ ਬੰਦਨਾ ਕਰਦੇ ਜਾਓ ਜਾਂ ਪਖੰਡ ਕਰੋ, ਕਰਮਕਾਂਡ ਕਰੋ ਤੇ ਤਾਂ ਰੱਬ ਕੋ ਤੁਸੀਂ ਖੁਸ਼ ਕਰ ਸਕਦੇ ਹੋ। ਬਹੁਤ ਸਾਰੇ ਲੋਕ ਅੱਜ ਵੀ ਸਾਡੀ ਹਿੰਦੂ ਪ੍ਰਥਾ ਚੋਂ, ਅਸੀਂ ਹਿੰਦੂ ਧਰਮ ਚੋਂ ਹੀ ਕਨਵਰਟ ਹੋ ਕੇ ਆਏ ਸਾਰੇ ਲੋਕ, ਉਹਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਨੇ, ਜੋਗੀਆਂ ਦੇ ਹੱਠ ਨੇ, ਤਿਆਗ ਹੈ, ਤਪ ਕਰਨੇ ਆ। ਸਿੱਖੀ ਇਹ ਸਾਰੀਆਂ ਚੀਜ਼ਾਂ ਨੂੰ ਰੱਦ ਕਰਦੀ। ਸਿੱਖੀ ਕਹਿੰਦੀ ਸਿੱਧਾ ਰੱਬ ਨਾਲ ਗੱਲ ਕਰ, ਭਾਈ ਮੇਰੀ ਆਹ ਲੋੜ ਹੈ ਮੇਰੀ ਪੂਰੀ ਕਰ, ਨਹੀਂ ਤੇ ਤੂੰ ਵੀ ਤੁਰਿਆ ਜਾ, ਮੈਂ ਤੇਰੀ ਵੀ ਭਗਤੀ ਭੁਗਤੀ ਨਹੀਂ ਕਰ ਸਕਦਾ। ਇਦਾਂ ਦੇ ਵੀ ਦ੍ਰਿਸ਼ਟਾਂਤ ਹੈ ਗੁਰਬਾਣੀ। ਗੁਰੂ ਸਾਹਿਬ ਤਾਂ ਬਹੁਤ ਸਪਸ਼ਟ ਸਾਨੂੰ ਕਰਦੇ ਆ, ਜੇ ਸਾਡੇ ਸਾਹਮਣੇ ਦ੍ਰਿਸ਼ਟਾਂਤ। ਅਸੀਂ ਦੋਨੋਂ ਜਾਣੇ ਗੁਰਬਾਣੀ ਦੇ ਬਹੁਤੇ ਜਾਣੂ ਨਹੀਂ ਹੈਗੇ। ਬਿਲਕੁਲ, ਅਸੀਂ ਵਿਦਵਾਨ ਨਹੀਂ ਹੈਗੇ। ਇਹ ਸਾਡੇ ਤੇ ਰੱਬ ਦੀ ਦੋਨਾਂ ਦੀ ਬਖਸ਼ਿਸ਼ ਨਹੀਂ ਹੋਈ ਕਿ ਸਾਨੂੰ ਬਹੁਤ ਸਾਰੀ ਜ਼ਬਾਨੀ ਜਿਹੜੀ ਗੁਰਬਾਣੀ ਕੰਠਣੀ ਹੈਗੀ। ਪਰ ਬਾਬਾ ਜੀ ਇੱਕ ਬਹੁਤ ਸੁੰਦਰ ਉਪਦੇਸ਼ ਦਿੰਦੇ ਆ। ਉਹ ਕਹਿੰਦੇ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਣੀ ਆਸ। ਤੂੰ ਇੱਕ ਟੇਕ ਰੱਖ, ਤੈਨੂੰ ਦੂਸਰੇ ਲੋਕਾਂ ਤੋਂ ਆਸ ਰੱਖਣ ਦੀ। ਸਾਨੂੰ ਉਪਦੇਸ਼ ਹਰ ਥਾਂ ਤੇ ਉਹ ਦਿੰਦੇ ਆ, ਔਰ ਬਹੁਤ ਸਾਰੇ ਥਾਵਾਂ ਤੇ ਦਿੰਦੇ ਆ ਕਿ ਉਹ ਜਿਹੜੇ ਮੰਗਣ ਜਾਂਦੇ ਨੇ ਉਹ ਲੋਕਾਂ ਦੇ ਉੱਤੇ ਆਸ ਰੱਖਦੇ ਨੇ। ਪਰ ਸਾਡੇ ਤੇ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਕਿ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਣੀ ਆਸ। ਤੂੰ ਕਿਸੇ ਦੀ ਜਿਹੜੀ ਦੂਸਰੀ ਆਸ ਆ ਉਹ ਬਿਲਕੁਲ ਛੱਡ ਦੇ, ਔਰ ਸਿੱਧਾ ਹੋ ਕੇ ਜਿਹੜਾ ਹੈ ਉਹ ਕੰਮ ਕਰ, ਤੇ ਕੰਮ ਕਰ ਤੇ ਫਿਰ ਤੈਨੂੰ ਜਿਹੜਾ ਹੈ ਉਹ ਸਾਰਾ ਕੁਝ ਸੰਸਾਰ ਦੇ ਸਾਰੇ ਪਦਾਰਥ ਸਾਰਾ ਕੁਝ ਤੈਨੂੰ ਮਿਲੇਗਾ। ਸੋ ਇਸ ਕਰਕੇ ਸਾਡਾ ਫਲਸਫਾ ਮੰਗਣ ਦਾ ਹੈ ਨਹੀਂ, ਪਰ ਮੰਗਣ ਦੇ ਵਿੱਚ ਕਈ ਤਰ੍ਹਾਂ ਦੀਆਂ ਆ ਗਈਆਂ। ਹੁਣ ਤੁਸੀਂ ਵੇਖੋ ਜਿਹੜੇ ਮੈਟਰੋ ਸਿਟੀਜ਼ ਨੇ, ਮੈਂ ਹਿੰਦੁਸਤਾਨ ਦੀ ਤੇ ਗੱਲ ਕਰਦਾ, ਉੱਥੇ ਤਾਂ ਹੈ ਹੀ ਆ ਕਿ ਉੱਥੇ ਗਰੋਹਾਂ ਨੇ ਜਿਹੜਾ ਹੈ ਉਹ ਮੰਗਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਤੁਸੀਂ ਇੱਕ ਮੈਂ ਫਿਲਮ ਦੇਖੀ ਸੀ ਰੈੱਡ ਲਾਈਟ ਦੇ ਉੱਤੇ ਉਹ ਕੀ ਆ ਕਿ ਉਹਨਾਂ ਵੱਖ-ਵੱਖ ਲਾਈਟਾਂ ਦੇ ਉੱਤੇ ਬੰਦੇ, ਉਹ ਅੱਜ ਕੱਲ੍ਹ ਕੀ ਆ ਕਿ ਇੱਕ ਤੇ ਲੋੜਵੰਦ ਲੋਕ ਨੇ ਉਹਨਾਂ ਨੂੰ ਵੀ ਉੱਥੇ ਉਹਨਾਂ ਨੇ ਵਰਗਲਾਇਆ ਹੈ, ਔਰ ਉਹ ਜਿਹੜੀ ਮੰਗਦੇ ਆ ਉਹ ਸਾਰਾ ਇੱਕ ਗਰੋਹ ਦੇ ਮੁਖੀਆ ਕੋਲ ਪਹੁੰਚਦਾ ਹੈ। ਫਿਰ ਉਹ ਕੀ ਆ ਜਿਹੜੇ ਲੋਕ ਅੰਗਹੀਣ ਨੇ ਉਹਨਾਂ ਨੇ ਕੀਤਾ ਹੈ। ਪਰ ਸਭ ਤੋਂ ਘਿਨਾਉਣਾ ਇਹ ਰੂਪ ਆ ਕਿ ਉਹ ਬੱਚਿਆਂ ਨੂੰ ਚੁੱਕਦੇ ਆ, ਉਹਨਾਂ ਦੇ ਅੰਗ ਪੈਰ ਤੋੜਦੇ ਆ, ਤੋੜ ਕੇ ਉਹਨਾਂ ਨੂੰ ਮੰਗਤੇ ਬਣਾ ਕੇ ਫਿਰ ਖਿਲਾਰਦੇ ਆ, ਔਰ ਉਹਨਾਂ ਨੂੰ ਇੰਨੇ ਮਜਬੂਰ ਕਰ ਦਿੰਦੇ ਆ, ਉਹਨਾਂ ਨੂੰ ਨਸ਼ੇ ਲਾ ਦਿੰਦੇ ਆ, ਉਹਨਾਂ ਨੂੰ ਆਪਣੇ ਚੁੱਗਲ 'ਚ ਇਸ ਤਰ੍ਹਾਂ ਫਸਾ ਲੈਂਦੇ ਆ ਕਿ ਉਹ ਵਿਚਾਰੇ ਮੈਟਰੋ ਸਿਟੀਜ਼ ਦੇ ਵਿੱਚ ਜਿਹੜੇ ਆ ਉਹ ਵੱਖ-ਵੱਖ ਰੈੱਡ ਲਾਈਟਾਂ ਦੇ ਉੱਤੇ ਤੁਹਾਨੂੰ ਆਮ ਮੰਗਤੇ ਜਿਹੜੇ ਆ ਵੱਡੇ ਸ਼ਹਿਰਾਂ 'ਚ ਮਿਲ ਜਾਣਗੇ। ਹੰਸਪਾਲ ਜੀ, ਇਹ ਪ੍ਰਵਿਰਤੀ ਹੁਣ ਸਾਡੇ ਇਹਨਾਂ ਸ਼ਹਿਰਾਂ ਵਿੱਚ ਵੀ ਤੁਸੀਂ ਦੇਖੋ, ਮੈਨੂੰ 15-18 ਸਾਲ ਹੋ ਗਏ ਇੱਥੇ ਆਇਆ ਨੂੰ। ਘੱਟੋ ਘੱਟ ਬਰੈਂਪਟਨ, ਮਿਸੀਸਾਗਾ 'ਚ ਵਰਤਾਰਾ ਅਸੀਂ ਨਹੀਂ ਸੀ ਦੇਖਦੇ। ਕਦੀ ਕਦਾਰ ਕਿਤੇ ਡਾਊਨਟਾਊਨ ਏਰੀਏ 'ਚ ਜਾਂਦੇ ਸੀ ਤੇ ਉੱਥੇ ਸਾਨੂੰ ਬ੍ਰਿਜ ਦੇ ਹੇਠਾਂ ਜਾਂ ਕਿਤੇ ਕੋਈ ਉਹ ਕੌਫੀ ਦਾ ਕੱਪ ਲੈ ਕੇ ਲਾਈਟ ਤੇ ਖੜਾ ਮੰਗਤਾ ਦਿਖਦਾ ਸੀਗਾ। ਪਰ ਪਿਛਲੇ 5-7 ਸਾਲਾਂ ਦੇ ਵਿੱਚ ਚੱਲਣ ਇੱਥੇ ਵੀ ਜ਼ਿਆਦਾ ਵੱਧਦਾ ਜਾ ਰਿਹਾ।
ਇੱਕ ਪਾਸੇ ਆਪਾਂ ਦੇਖ ਰਹੇ ਹਾਂ ਕਿ ਮੈਨੂੰ ਇਹ ਕਈ ਵਾਰ ਲੱਗਦਾ ਹੁੰਦਾ ਕਿ ਜਿਹੜਾ ਉਹ ਬੰਦਾ ਰੈੱਡ ਲਾਈਟ ਤੇ ਖੜਾ ਸੀ, ਰੈੱਡ ਲਾਈਟ ਦਾ ਜ਼ਿਕਰ ਕੀਤਾ, ਮੈਨੂੰ ਉੱਥੋਂ ਯਾਦ ਆਇਆ ਉਹ ਵਿਚਾਰਾ ਕੱਪ ਲੈ ਕੇ ਘੁੰਮਦਾ ਆ, ਜਿੰਨੀ ਐਕਸਰਸਾਈਜ਼ ਉਹ ਕਰਦਾ ਆ, ਜਿੰਨੀ ਉਹ ਮਿਹਨਤ ਕਰਦਾ ਆ, ਮੇਰੇ ਖਿਆਲ ਉਹ ਤੋਂ ਅੱਧੀ ਮਿਹਨਤ ਨਾਲ ਉਹ ਜ਼ਿਆਦਾ ਪੈਸੇ ਕਮਾ ਸਕਦਾ ਆ। ਉਹਦੀ ਪ੍ਰੋਬਲਮ ਇਹ ਹੈ ਕਿ ਬਿਲਕੁਲ। ਮੈਂ ਗਿੱਲ ਸਾਹਿਬ, ਮੈਂ ਹੁਣ ਬੱਚਿਆਂ ਨੂੰ ਪੁੱਛਿਆ, ਹਾਂਜੀ, ਜਦੋਂ ਬੱਚਿਆਂ ਨਾਲ ਆਈਦਾ, ਜਦੋਂ ਵੇਡ ਐਂਡ 410 ਦਾ ਜਿਹੜਾ ਉਹ ਬਣਦਾ ਸਾਰਾ ਸਿਸਟਮ ਜਿਹਾ, ਕਾਰਾਂ ਉਤਰਦੀਆਂ ਚੜ੍ਹਦੀਆਂ ਨੇ ਬਵੇੜ ਤੇ, ਉੱਥੇ ਇਸ ਵੇਲੇ 2 ਹੁੰਦੇ ਨੇ। ਫਿਰ ਤੁਸੀਂ ਬਵੇੜ ਐਂਡ ਹੰਟਾਰੀਓ ਵਾਲੇ ਚੌਂਕ ਤੇ ਆ ਜਾਓ, ਉੱਥੇ 2 ਨੇ ਹੁਣ। ਮਤਲਬ ਜਿੱਥੇ ਜ਼ਿਆਦਾ ਟ੍ਰੈਫਿਕ ਵੱਧ ਸਮੇਂ ਦੀ ਰੈੱਡ ਲਾਈਟਾਂ ਨੇ, ਉੱਥੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਔਰ ਜਿੰਨੇ ਪਲਾਜ਼ੇ ਨੇ, ਤੁਸੀਂ ਸਾਰਿਆਂ ਪਲਾਜ਼ਿਆਂ ਚਲ ਜਾਓ, ਤੁਹਾਨੂੰ 1-2 ਤੇ ਜ਼ਰੂਰ ਉੱਥੇ ਮੰਗਤੇ ਮਿਲ ਜਾਣਗੇ। ਪਰ ਹੰਸਪਾਲ ਜੀ ਤੁਸੀਂ ਉਹਨਾਂ ਦੀ ਮਿਹਨਤ ਜ਼ਰੂਰ ਨੋਟ ਕੀਤੀ ਹੋਣੀ ਆ। ਜਦੋਂ ਰੈੱਡ ਲਾਈਟ ਹੁੰਦੀ ਆ, ਉਹ ਲਗਾਤਾਰ ਜੇ 20 ਕਾਰਾਂ ਖੜੀਆਂ ਤੇ ਪਿੱਛੇ ਤੱਕ ਆਉਂਦੇ ਆ, ਉਹਨਾਂ ਚੋਂ 1 ਜਾਂ 2 ਵਿਅਕਤੀ ਪੈਨੀ 2 ਪੈਨੀ ਜੋ ਵੀ ਕੋਈ ਦਿੰਦਾ, ਤੇ ਫਿਰ ਉਹ ਵਾਪਸ ਜਾ ਕੇ ਗ੍ਰੀਨ ਲਾਈਟ ਤੇ ਖੜੇ ਰਹਿੰਦੇ ਆ, ਉਹ ਫਿਰ ਉਹਨਾਂ ਦੀ ਐਕਸਰਸਾਈਜ਼ ਸ਼ੁਰੂ ਹੋ ਜਾਂਦੀ ਆ। ਮੈਂ ਬਹੁਤ ਵਾਰ ਸੋਚਦਾ ਹਾਂ ਕਿ ਇੰਨੀ ਮਿਹਨਤ ਜੇ ਉਹ ਇੱਥੇ ਕੰਮ ਤੇ ਕਰ ਲੈਣ ਤੇ ਉਹ ਇਸ ਤੋਂ ਜ਼ਿਆਦਾ ਪੈਸੇ ਵੀ ਕਮਾ ਸਕਦੇ ਆ ਤੇ ਇੱਜ਼ਤ ਵਾਲੀ ਜ਼ਿੰਦਗੀ ਵੀ ਜੀ ਸਕਦੇ ਆ। ਪਰ ਉਹ ਇੱਕ ਮਤਲਬ ਸੁਭਾਅ ਦਾ ਹਿੱਸਾ ਬਣ ਜਾਂਦਾ, ਜਾਂ ਇੱਕ ਨਸ਼ੇ ਦੀ ਭੁੱਖ ਐਸੀ ਕਿ ਉਹਨਾਂ ਨੂੰ ਜਦੋਂ ਕੋ ਉਹਨਾਂ ਦੇ ਉਨੇ ਕੁ ਪੈਸੇ ਪੂਰੇ ਹੁੰਦੇ ਆ, ਜਿੱਦਾਂ ਆਪਾਂ ਇੰਡੀਆ 'ਚ ਕਹਿੰਦੇ ਪਊਏ ਜੋਗੇ ਹੋ ਕੇ, ਉਦੋਂ ਉਹ ਦੌੜ ਜਾਂਦੇ ਆ ਤੇ ਫਿਰ ਆ ਜਾਂਦੇ ਆ। ਬਿਲਕੁਲ ਗਿੱਲ ਸਾਹਿਬ, ਤੁਹਾਡਾ ਮੈਂ ਤੇ ਚਲੋ ਤੁਸੀਂ ਤੇ ਬਹੁਤ ਜ਼ਿਆਦਾ ਵਿਚਰਦੇ ਜੇ ਜਨਤਕ ਜੀਵਨ ਦੇ ਵਿੱਚ, ਮੈਂ ਥੋੜਾ ਘੱਟ ਆ, ਪਰ ਮੈਨੂੰ ਵੀ ਵੇਖ ਕੇ ਹੈਰਾਨੀ ਹੁੰਦੀ ਆ ਕਿ ਜਿਨ੍ਹਾਂ ਪਲਾਜ਼ਿਆਂ ਦੇ ਵਿੱਚ LCBO ਹੈਗੇ ਨੇ, ਉੱਥੇ ਉਹ ਤੁਹਾਨੂੰ ਹਰ ਬੰਦੇ LCBO ਦੇ ਚੌਂਕ ਦੇ ਵਿੱਚ ਇੱਕ ਜਿੰਨਿਆਂ ਪਲਾਜ਼ੇ ਸ਼ਰਾਬੀ ਹੰਸਪਾਲ ਜੀ ਜ਼ਿਆਦਾ ਹੀ ਦਇਆਵਾਨ ਹੁੰਦੇ ਆ ਮੈਨੂੰ ਲੱਗਦਾ। ਹਾਂਜੀ, ਔਰ ਉਹ LCBO ਦੇ ਲਾਗੇ ਤਾਂ 2-3 ਖੜੇ ਹੁੰਦੇ ਆ ਜੀ। ਔਰ ਉਹ ਨਾਲ ਆਫਰ ਵੀ ਕਰਦੇ ਕਿ ਜੇ ਤੁਹਾਨੂੰ ਕੋਈ ਭਾਨ ਚਾਹੀਦੀ, ਐਕਸਚੇਂਜ ਚਾਹੀਦੀ ਹੈ, ਤੇ ਉਹ ਸਾਡੇ ਤੋਂ ਹੈਗੀ ਹੈ। ਤੇ ਇੱਕ ਵਰਤਾਰਾ ਤੁਸੀਂ ਹੋਰ ਵੀ ਨੋਟ ਕੀਤਾ ਹੋਣਾ, ਖਾਸ ਕਰਕੇ LCBO ਦੇ ਜਿਹੜੇ ਕੰਮ ਕਰਨ ਵਾਲੇ ਉੱਥੇ ਹੁੰਦੇ ਆ ਵਰਕਰ, ਉਹ ਵੀ ਤੁਹਾਨੂੰ ਪੁੱਛਦੇ ਆ ਡੋਨੇਸ਼ਨ ਵਾਸਤੇ ਹਰ ਵਾਰੀ, ਭਾਵੇਂ ਉਹ ਕਿਸੇ ਸਿਗਰਟ ਵਾਸਤੇ ਜਾਂ ਕਿਸੇ ਹੋਰ ਵਾਸਤੇ ਪੁੱਛਦੇ ਹੋਣ। ਆਮ ਤੌਰ ਤੇ ਇਹ ਕਹਿ ਕੇ ਨਹੀਂ ਲਈ ਜਾਂਦੀ, ਪਰ ਤੁਸੀਂ ਜਦੋਂ 100, 150, 200 ਦੀ ਬੋਟਲਾਂ 2 ਖਰੀਦਦੇ ਹੋ ਨਾ, ਤੇ ਉਹ ਇੱਕ ਆਮ ਸਾਡੀ ਮਾਨਸਿਕਤਾ ਕਿ ਜਿਹੜਾ ਬੰਦਾ ਇਸ ਕੰਮ ਲਈ ਇੰਨੇ ਪੈਸੇ ਖਰਾਬ ਕਰ ਸਕਦਾ, ਤੇ ਉਹਦੇ ਕੋਲੋਂ ਨਾਲ ਲੱਗਦਾ ਤੇ ਪੁੱਛਿਆ ਜਾਂਦਾ ਕਿ ਤੂੰ ਡੋਨੇਸ਼ਨ ਦੇਣੀ ਚਾਹੁੰਦਾ, ਤੇ ਬਹੁਤ ਸਾਰੇ ਲੋਕ ਕਹਿੰਦੇ ਯੈਸ, $2, $3, ਉਹ ਉਹਦੇ ਵਿੱਚ ਐਡ ਕਰ ਦੇ। ਉਹ ਗਿੱਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਨਾ, ਇਹਦੇ ਵਿੱਚ ਤੇ ਮੈਂ ਆਪ ਦੇਖਿਆ ਕਿ ਮੈਂ ਆਪਣੇ ਘਰ ਤੋਂ ਹੀ ਵੇਖਿਆ ਕਿ ਮੇਰੇ ਜਿਹੜੇ ਦੋਨੋਂ ਹੀ ਬੇਟੇ ਨੇ, ਉਹ ਸਿੱਖ ਕਿਡਸ ਨੂੰ ਕੁਛ ਨਾ ਕੁਛ ਨੋਮੀਨਲ ਦੀ ਡੋਨੇਸ਼ਨ ਪਰ ਮੰਥ ਉਹਨਾਂ ਨੇ ਉਹ ਆਟੋ ਡਿਡਕਸ਼ਨ ਚ ਪਾਈ ਹੈ ਕਿ ਆਟੋ ਡਿਡਕਟ। ਔਰ ਮੈਨੂੰ ਸਿੱਖ ਕਿਡ ਵਰਗੇ ਹਸਪੀਟਲ ਦੇ ਵਿੱਚ ਘਰੇਲੂ ਤੌਰ ਦੇ ਉੱਤੇ ਜਦੋਂ ਦਾ ਮੈਨੂੰ 10 ਮਹੀਨੇ ਹੋਏ ਆਇਆ ਨੂੰ, 10 ਮਹੀਨਿਆਂ ਵਿੱਚ ਮੈਨੂੰ 5 ਵਾਰ ਜਾਣਦਾ ਜੋ ਉੱਥੋਂ ਦਾ ਸਿਸਟਮ ਆ, ਉਹ ਤਾਂ ਫਿਰ ਐਂ ਸੋਚੀਦਾ ਕਿ ਉਹ ਮਨੁੱਖਤਾ ਦੇ ਭਲੇ ਲਈ ਔਰ ਕਿੰਨਾ ਐਫੀਸ਼ੀਐਂਟਲੀ ਸਿਸਟਮ ਕੰਮ ਕਰ ਰਿਹਾ। ਸੋ ਇਹੋ ਜਿਹੀਆਂ ਸੰਸਥਾਵਾਂ ਨੂੰ ਦਿੱਤੀ ਜਿਹੜੀ ਡੋਨੇਸ਼ਨ ਆ, ਜਿਹੜੀ ਉਹਨਾਂ ਨੂੰ ਦਿੱਤਾ ਹਿੱਸਾ ਹੈ, ਉਹ ਬਹੁਤ ਸਾਰਥਕ ਆ। ਪਰ ਉਹ ਲੋਕ ਜਿਹੜੇ ਸਮਾਜ ਦੇ ਵਿੱਚ ਨਿਕੰਮਾਪਨ ਫੈਲਾ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਜਿਹੜੀ ਦਿੱਤੀ ਡੋਨੇਸ਼ਨ ਉਹ ਨਹੀਂ। ਮੈਂ ਤੁਹਾਡੇ ਨਾਲ ਹੁਣੇ ਹੰਦੇ ਦੀ ਗੱਲ ਕੀਤੀ ਸੀ, ਹੰਦੇ ਦੀ ਗੱਲ ਕਰਦਿਆਂ ਕਰਦਿਆਂ ਮੈਨੂੰ ਜਿਹੜੀ ਇੱਕ ਗੁਰਬਾਣੀ ਦੀ ਤੁਕ ਵੀ ਜਿਹੜੀ ਯਾਦ ਆ ਗਈ ਸਾਹਮਣੇ। ਉਹ ਲਿਖਿਆ, ਜੇ ਘਰ ਘਰ ਹੰਦੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ। ਜਿਹੜੇ ਵੇਸ ਬਣਾ ਕੇ ਘਰ ਘਰ ਹੰਦਾ ਮੰਗਣ ਜਾਂਦੇ ਨੇ, ਉਹਨਾਂ ਦਾ ਵੀ ਗੁਰੂ ਸਾਹਿਬ ਨੇ ਉਹਨਾਂ ਦਾ ਵੀ ਖੰਡਨ ਕੀਤਾ ਵੀ ਇਹ ਕੋਈ ਗੱਲ ਅੱਛੀ ਨਹੀਂ ਹੈਗੀ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਜੀਵਨ, ਪਰ ਹੁਣ ਤਾਂ ਸਾਡੇ ਵੇਸ ਬਣਾ ਕੇ ਮੰਗਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਇੰਨੀ ਜ਼ਿਆਦਾ ਵੱਧ ਗਈ ਹੈ। ਉਹ ਕਾਰ ਸੇਵਾ ਦੇ ਨਾਂ ਦੇ ਉੱਤੇ ਵੀ ਹੈਗੀ ਆ, ਉਹ ਜਾਲੀ ਆਸ਼ਰਮਾਂ ਦੇ ਨਾਂ ਦੇ ਉੱਤੇ ਵੀ ਹੈਗੀ ਆ, ਔਰ ਉਹ ਜਿਹੜੀ ਸਾਡੀ ਸੀਗੀ ਕਿ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਵਾਲੀ ਪ੍ਰਵਿਰਤੀ ਦੇ ਉੱਤੇ ਜ਼ਬਰਦਸਤੀ ਆਣ ਕੇ ਤੁਹਾਡੇ ਤੋਂ ਜਿਹੜਾ ਹੈ ਉਹ ਸਾਰਾ ਕੁਝ ਮੰਗ ਰਹੇ ਨੇ। ਔਰ ਉਹ ਜਿਹੜੇ ਨੇ ਇਸ ਤਰ੍ਹਾਂ ਦੀ ਪ੍ਰਵਿਰਤੀ ਬਾਰੇ ਜਿਹੜੇ ਉਹ ਬਾਣੇ ਪਾ ਕੇ ਦੂਜੀਆਂ ਗੱਲਾਂ ਕਰਕੇ ਸਾਨੂੰ ਸਮਾਜ ਨੂੰ ਵੱਖ-ਵੱਖ ਥਾਵਾਂ ਤੇ ਠੱਗ ਰਹੇ ਨੇ, ਉਹਨਾਂ ਬਾਰੇ ਵੀ ਇੱਕ ਗੁਰੂ ਸਾਹਿਬ ਨੇ ਬਹੁਤ ਉੱਤਮ ਜਿਹੜੀ ਆ ਉਹ ਗੁਰੂ ਵਿੱਚ ਇੱਕ ਪੰਕਤੀ ਉਚਾਰੀ ਆ। ਉਹ ਹੈਗੀ ਆ, ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਕਿ ਗੁਰੂ ਪੀਰ ਸਦਾਉਂਦੇ ਨੇ ਪਰ ਮੰਗਣ ਵੀ ਜਾਂਦੇ ਨੇ ਤਾਂ ਕਿ ਮੂਲ ਨਾ ਲੱਗੀਏ ਪਾਏ। ਸਾਨੂੰ ਉਹਨਾਂ ਲੋਕਾਂ ਦੇ ਲਾਗੇ ਨਹੀਂ ਲੱਗਣਾ ਚਾਹੀਦਾ। ਸੋ ਜਿਹੜੇ ਧਰਮ ਦੇ ਨਾਂ ਤੇ ਵੱਖ-ਵੱਖ ਥਾਂ ਤੇ ਜਿਹੜੇ ਉਹ ਮੰਗਤੇ ਨੇ,
ਜਿਹੜੇ ਇਸ ਤਰ੍ਹਾਂ ਦੀ ਜਿਹੜੀ ਉਹ ਸਮਾਜ ਦੇ ਵਿੱਚ ਇਹ ਗੱਲ ਫੈਲਾ ਰਹੇ ਨੇ, ਉਹਨਾਂ ਸਾਰਿਆਂ ਦੇ ਉੱਤੇ ਵੀ ਜਿਹੜਾ ਹੈ ਉਹ ਵੱਧ ਤੋਂ ਵੱਧ ਖੰਡਨ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ, ਗੁਰਬਾਣੀ ਦੀ ਤੇ ਅਸੀਂ ਬਾਰ-ਬਾਰ ਜਦੋਂ ਜ਼ਿਕਰ ਕਰਦੇ ਹਾਂ, ਅਸੀਂ ਇਸ ਕਰਕੇ ਕਰਦੇ ਹਾਂ ਕਿ ਜਿਵੇਂ ਸਾਨੂੰ ਗੁਰੂ ਸਾਹਿਬਾਂ ਨੇ ਜੀਵਨ ਜਾਚ ਦੱਸੀ ਆ, ਜੇ ਉਹਨਾਂ ਆਦਰਸ਼ਾਂ ਦੇ ਉੱਤੇ ਅਸੀਂ ਚੱਲ ਕੇ ਆਪਣੀ ਜ਼ਿੰਦਗੀ ਜੀਏ ਤਾਂ ਮੰਗਣ ਦੀ ਤੇ ਨੌਬਤ ਆ ਹੀ ਨਹੀਂ ਸਕਦੀ। ਮਨੁੱਖ ਨੂੰ ਦੋ ਹੱਥ ਦਿੱਤੇ ਨੇ ਕੁਦਰਤ ਨੇ, ਪੈਰ ਦਿੱਤੇ ਨੇ, ਅੱਖਾਂ ਤੇ, ਕਿੰਨੇ ਸਾਡੇ ਤੇ ਕਿਰਪਾਲੂ ਆ ਕੁਦਰਤ ਕਿ ਸਾਨੂੰ ਸਾਰਾ ਕੁਝ ਦਿੱਤਾ ਹੁੰਦਾ, ਤੇ ਫਿਰ ਵੀ ਅਸੀਂ ਜੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਤੇ ਅਸੀਂ ਪੁੱਠੀ ਇਲਤੀ ਤਰ੍ਹਾਂ ਦੀ ਸੋਚ ਰੱਖਦੇ ਹਾਂ। ਜਿਸ ਤਰੀਕੇ ਨਾਲ ਅਸੀਂ ਮਤਲਬ ਬਿਨਾਂ ਕੰਮ ਤੋਂ ਕੁਛ ਨਾ ਕੁਛ ਲੈਣਾ ਚਾਹੁੰਦੇ ਹੁੰਦੇ ਆ, ਤੇ ਫਿਰ ਉਹ ਬਹੁਤ ਮੁਸ਼ਕਿਲ ਗੱਲ ਹੈ ਕਿ ਉਹ ਸਾਡੇ ਧਰਮ ਦੇ, ਸਾਡੇ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ। ਅੱਛਾ, ਦੂਜੀ ਗੱਲ ਆਪਣੇ ਇਸ ਤਰ੍ਹਾਂ ਆ ਕਿ ਅੰਸ਼ਪਾਲ ਜੀ, ਜਿਹੜੀ ਮੰਗਣਾ ਹੈ, ਜਿਹੜਾ ਭੀਖ ਮੰਗਣ ਦਾ ਕਨਸੈਪਟ ਆ, ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਸੋਸ਼ਲ ਸੇਵਾ ਦੇ ਨਾਂ 'ਤੇ ਜਾਲੀ ਪਰਚੀਆਂ ਬਣਾ ਕੇ ਗੁਰਦੁਆਰਿਆਂ ਦੀ ਕਾਰ ਸੇਵਾ ਦੇ ਨਾਂ 'ਤੇ ਮੰਗਣ ਦੀ ਇੱਕ ਰਵਾਇਤ ਸ਼ੁਰੂ ਕਰ ਲਈ ਲੋਕਾਂ ਨੇ। ਉਹ ਸਾਡੇ ਸਮਾਜ ਦੀ ਮਾਡਰਨ ਸਮੇਂ ਦੀ ਇੱਕ ਕਿਸਮ ਦੀ ਭੀਖ ਮੰਗਣਾ, ਜਿਹਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ। ਜਦੋਂ ਅਸੀਂ ਇਹ ਗੱਲਾਂ ਕਹਿੰਦੇ ਆ ਕਿ ਪੰਜਾਬੀ ਜਾਂ ਸਿੱਖ ਮੰਗਤਾ ਦੇ ਰੂਪ 'ਚ ਨਹੀਂ ਦਿਖਦਾ, ਉਹਨਾਂ ਨੇ ਮੇਰੇ ਖਿਆਲ ਉਹ ਇੱਕ ਚਾਦਰ ਓੜ ਲਈ, ਇੱਕ ਉਹ ਤਰ੍ਹਾਂ ਦਾ ਪਰਦਾ ਪਾ ਲਿਆ ਕਿ ਸਾਨੂੰ ਇਹ ਵੀ ਨਾ ਕਹੇ ਮੰਗ ਰਿਹਾ ਆ, ਸਗੋਂ ਉਲਟਾ ਉਹ ਅਹਿਸਾਨ ਕਰਦੇ ਆ ਕਿ ਅਸੀਂ ਸੁਸਾਇਟੀ ਲਈ ਕੁਝ ਐਸਾ ਕਰ ਰਹੇ ਹਾਂ ਜਿਹਦੀ ਅਸੀਂ ਤੁਹਾਡੇ ਕੋਲੋਂ ਕੰਟਰੀਬਿਊਸ਼ਨ ਲੈ ਰਹੇ ਹਾਂ। ਇਸ ਆੜ ਦੇ ਵਿੱਚ ਗਲਤ ਅਨਸਰ ਜਦੋਂ ਘੁਸ ਜਾਂਦੇ ਆ ਤੇ ਜਿਹੜੇ ਅਸਲੀ ਕੰਮ ਕਰਨ ਵਾਲੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਸ਼ੱਕ ਦਾ, ਆਮ ਜਨਤਾ ਦੇ ਸ਼ੁਬੇ ਦੇ ਅੰਦਰ ਆ ਜਾਂਦੇ ਆ, ਜਿਹੜਾ ਕਿ ਬਹੁਤ ਭੈੜਾ ਵਰਤਾਰਾ। ਹਾਂ ਗਿੱਲ ਸਾਹਿਬ, ਮੈਨੂੰ ਇੱਕ ਫੇਰ ਪੰਕਤੀ ਗੁਰੂ ਸਾਹਿਬ ਦੇ ਉਚਾਰੀ ਹੋਈ ਯਾਦ ਆ ਗਈ ਆ ਕਿ ਉਹਦੇ ਬਾਰੇ ਵੀ ਗੁਰੂ ਸਾਹਿਬ ਨੇ ਬੜਾ ਸਪਸ਼ਟ ਨਿਰਣਾ ਕਰ ਦਿੱਤਾ ਹੈ। ਉਹਦੇ ਵਿੱਚ ਲਿਖ ਦਿੱਤਾ ਕਿ ਭੇਖ ਦਿਖਾਵਣ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਂਤੀ ਕਟਿਓ ਤੇ ਬਸਤ ਨਰਕ ਸਿਓ ਕੀਨ। ਉਹਨਾਂ ਬਾਰੇ ਗੁਰੂ ਸਾਹਿਬ ਨੇ ਦੱਸਤਾ ਕਿ ਉਹਨਾਂ ਦਾ ਕਦੀ ਭਲਾ ਨਹੀਂ ਹੋਣਾ। ਬੇਸ਼ੱਕ ਉਹ ਭੇਖ ਦਿਖਾਵਣ ਜਗਤ ਕੋ ਲੋਗਨ ਕੋ ਬਸ ਕੀਨ, ਉਹ ਝੂਠੇ ਭੇਖ ਦਿਖਾ ਕੇ ਸਾਰਾ ਕੁਝ ਕਰਕੇ ਲੋਕਾਂ ਨੂੰ ਥੋੜੇ ਸਮੇਂ ਲਈ, ਪਰ ਉਹਨਾਂ ਨੇ ਅਲਟੀਮੇਟਲੀ ਬੜੀ ਬੁਰੀ ਤਰ੍ਹਾਂ ਕੱਟ ਕੇ ਮਰਨਾ ਹੈ। ਸੋ ਇਸ ਕਰਕੇ ਗੁਰੂ ਸਾਹਿਬ ਉੱਥੇ ਦੱਸ ਗਏ ਆ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਉਹ ਵੀ ਅਸੀਂ ਇੱਕ ਕਿੱਤੇ ਦੇ ਤੌਰ ਤੇ ਬਣਾ ਲਿਆ ਹੈ। ਉਹਨੂੰ ਅਸੀਂ ਜਿਹੜਾ ਹੈ ਉਹ ਬਿਲਕੁਲ ਸਾਡੇ ਵਿੱਚ ਉਹ ਭੇਖੀ ਲੋਕ ਆ ਗਏ ਆ, ਔਰ ਇਹੋ ਜਿਹੀਆਂ ਕ੍ਰਿਤੀਆਂ ਜਦੋਂ ਆਉਂਦੀਆਂ ਨੇ ਉਹਦੇ ਖਿਲਾਫ ਜਿਹੜੀਆਂ ਸਮਾਜ ਦੇ ਵਿੱਚ ਚੇਤਨਤਾਵਾਂ ਵੀ ਆ ਜਾਂਦੀਆਂ ਨੇ। ਇਹਨਾਂ ਦੇ ਨਾਲ ਇੱਕ ਹੋਰ ਬੜੀ ਅੱਜ ਕੱਲ੍ਹ ਮਾਡਰਨ ਮੰਗਤੇ ਆ ਗਏ ਨੇ, ਔਰ ਉਹ ਬੜੀ ਸਿਵਲ ਸੁਸਾਇਟੀ ਦੇ ਲੋਕ ਆਪਣੇ ਆਪ ਨੂੰ ਕਹਿੰਦੇ ਨੇ, ਬੜੇ ਜਾਗਰੂਕ ਲੋਕ ਕਹਿੰਦੇ ਨੇ ਗਿੱਲ ਸਾਹਿਬ, ਉਹ ਆ ਗਏ ਨੇ ਦਾਜ ਮੰਗਣ ਵਾਲੇ। ਉਹਨਾਂ ਮੰਗਤਿਆਂ ਦੀ ਵੀ ਕੋਈ ਰੀਸ ਹੀ ਨਹੀਂ ਹੈਗੀ। ਬਿਲਕੁਲ, ਉਹ ਜਿਹੜੇ ਆ ਉਹ ਬਿਲਕੁਲ ਕਿਸੇ ਦਾ ਦੁੱਖ ਸੁੱਖ ਭਾਈਵਾਲਤਾ ਨਹੀਂ ਮੰਗਦੇ, ਉਹ ਤਾਂ ਏਦਾਂ ਬੈਠ ਕੇ ਹੱਥ ਅੱਡ ਕੇ ਮੰਗਦੇ ਆ ਕਿ ਇਹ ਬੱਚੀ ਦਾ ਜਾਂ ਬੱਚੇ ਦਾ ਵਿਆਹ ਹੋ ਰਿਹਾ ਹੈ ਤੇ ਤੁਸੀਂ ਸਾਨੂੰ ਦੱਸੋ ਵੀ ਕੀ ਦਿਓਗੇ। ਔਰ ਉਹਦੇ ਵਿੱਚ ਪੰਜਾਬੀਆਂ ਨੇ ਵੀ ਹੁਣ ਕੋਈ ਘਾਟ ਨਹੀਂ ਛੱਡੀ ਉਸ ਦੇ ਉੱਤੇ ਵੀ, ਇਸ ਕ੍ਰਿਤੀ ਦੇ ਉੱਤੇ ਇਹਨੂੰ ਅਪਣਾਉਣ ਦੇ ਵਿੱਚ। ਇਹਨੇ ਮਹਿੰਗੇ ਉੱਥੇ ਫਿਰ ਮੈਂ ਵੀ ਤੁਹਾਡੇ ਨੂੰ ਵੀ ਉੱਥੇ ਵਿਚਰਦਾ ਹੈ, ਉੱਥੇ ਤੇ ਹੁਣ ਰਿਸ਼ਤੇ ਇਹ ਹੁੰਦੀ ਆ ਵੀ ਸਾਡੀ ਇੰਨੀ ਬਰਾਤ ਆਏਗੀ ਔਰ ਖਾਣ ਪੀਣ ਦਾ ਮੈਨੂੰ ਤੱਕ ਮੰਗਿਆ ਜਾਂਦਾ ਜੀ ਵੀ ਸਾਨੂੰ ਉਹਦੇ ਵਿੱਚ ਇੰਨੀ ਤਰ੍ਹਾਂ ਦੀ ਸ਼ਰਾਬ ਚਾਹੀਦੀ ਹੈ, ਇਸ ਤਰ੍ਹਾਂ ਦਾ ਪੈਲਸ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਪਦਾਰਥ ਚਾਹੀਦੇ ਨੇ। ਅਜਿਹੇ ਮੰਗਣਿਆਂ ਦਾ ਮੰਗਤੇ ਜਿਹੜੇ ਨੇ ਉਹਨਾਂ ਦਾ ਵਤੀਰਾ ਵੀ ਇੰਨਾ ਨਿੰਦਣਯੋਗ ਹੈ। ਦੱਸੋ ਤੁਸੀਂ ਇੱਕ ਧੀ ਇਹ ਆਪਾਂ ਅੰਸ਼ਪਾਲ ਜੀ ਵਿਸਤਾਰ ਚ ਉਦਣ ਕਰਾਂਗੇ, ਜਿਹੜਾ ਬੇਟੀ ਨੇ ਸਾਨੂੰ ਟੌਪਿਕ ਸੁਝਾਇਆ ਨਾ ਕਿ ਜਿਹੜਾ ਉਹ ਮੰਗਣਾ ਹੁੰਦਾ ਦੁਨਿਆਵੀ ਰਿਸ਼ਤੇ ਦੀ ਗੰਢ ਬੰਨਣ ਵਾਲਾ ਮੰਗਣਾ, ਉਦਣ ਆਪਾਂ ਇਹ ਸਾਰੀਆਂ ਗੱਲਾਂ ਵੀ ਡਿਸਕਸ ਕਰਾਂਗੇ ਕਿ ਉਸ ਮੰਗਣੇ ਦੇ ਵਿੱਚ ਅੱਜ ਕੱਲ ਜਿਹੜਾ ਪਦਾਰਥਵਾਦ ਹੈ ਉਹ ਕਿੰਨਾ ਹਾਵੀ ਹੋ ਗਿਆ, ਤੇ ਰਿਸ਼ਤੇ ਜਿਹੜੇ ਆ ਉਹ ਗੰਢਣ ਦੀ ਜਿਹੜੀ ਪੁਰਾਣੀ ਰਵਾਇਤ ਵੇਖੋ। ਤੁਸੀਂ ਸ਼ੁਰੂ 'ਚ ਕੀਤਾ ਸੀ ਲਾਗੀ ਜ਼ਿਕਰ, ਲਾਗੀ ਪਿੰਡੋਂ ਜਾਂਦਾ ਸੀਗਾ ਤੇ 10 ਪਾ ਆਉਂਦਾ ਸੀਗਾ ਕਿ ਪਰਿਵਾਰ ਚੰਗਾ ਆ, ਕੁੜੀ ਤੁਹਾਡੀ ਸੁਖੀ ਰਹੂਗੀ, ਤੁਸੀਂ ਕਰ ਲਓ। ਤੇ ਹੁਣ ਕੀ ਆ, ਤੁਸੀਂ ਵਿਦੇਸ਼ 'ਚ ਵੀ ਬੈਠੇ ਹੋ, ਖਾਸ ਕਰਕੇ ਜਿਹੜਾ ਜੱਟ ਭਾਈਚਾਰਾ ਆਪਣੇ ਇੱਥੇ ਬੈਠੇ ਆ, ਤੁਸੀਂ ਜੱਟਵਾਦ ਉੱਦਾਂ ਹੀ ਆ। ਜਦੋਂ ਤੁਸੀਂ ਆਪਣੇ ਧੀ ਪੁੱਤ ਲਈ ਇੰਡੀਆ ਜਾ ਕੇ ਰਿਸ਼ਤੇ ਦੀ ਗੱਲ ਤੋਰਦੇ ਹੋ, ਜਾਂ ਅੱਜ ਕੱਲ੍ਹ ਦਾ ਮਾਡਰਨ ਹੈਗਾ ਤਰੀਕਾ ਕਿ ਤੁਸੀਂ ਅਖਬਾਰ ਥਰੂ ਜਾਂ ਸੋਸ਼ਲ ਮੀਡੀਆ ਥਰੂ ਕਿਤੇ ਕਰਦੇ ਹੋ, ਤੇ ਪਹਿਲਾ ਸਵਾਲ ਆਉਂਦਾ ਜ਼ਮੀਨ ਕਿੰਨੀ ਆ। ਤੇ ਹੁਣ ਤੇ ਖੈਰ ਗਾਂ ਹੁਣ ਆਪਾਂ ਜੇ ਸਾਰੀਆਂ ਗੱਲਾਂ ਖੋਲ ਲਈਆਂ ਫਿਰ ਉਦਣ ਵਾਲਾ ਰਹਿਣਾ ਨਹੀਂ। ਹੁਣ ਤੇ ਆਈਲਟਸ ਵਾਲੀ
ਆਈਲਟ ਵਾਲੀ ਕੁੜੀ ਦੀ ਡਿਮਾਂਡ ਜਿਹੜੀ ਆ ਉਹ ਵੀ ਮੰਗਣ ਦਾ ਹੀ ਹਿੱਸਾ ਹੈ ਕਿਸਮ ਦਾ, ਕਿ ਆਪਣੇ ਪੱਲੇ ਕੁਝ ਨਹੀਂ, ਆਪਾਂ ਉਹ ਕਰਾਂਗੇ ਉਹ ਸਾਰੇ ਰਿਸ਼ਤਿਆਂ ਤੇ ਗੱਲ। ਜੀ ਬਿਲਕੁਲ। ਅੱਛਾ, ਇੱਕ ਗਿੱਲ ਸਾਹਿਬ ਹੋਰ ਮੰਗਤਿਆਂ ਦੀ ਜਿਹੜੀ ਆ ਇੱਕ ਜਮਾਤ ਪੈਦਾ ਹੋ ਗਈ ਆ, ਹਾਂਜੀ ਜਿਹੜੀ ਸਾਡਾ ਮਾਨਸਿਕ ਤੌਰ ਤੇ ਸਮਾਜਿਕ ਤੌਰ ਦੇ ਉੱਤੇ ਜਿਹੜਾ ਇੰਨਾ ਸ਼ੋਸ਼ਣ ਕਰ ਰਹੀ ਆ, ਉਹ ਹੈਗੇ ਸਾਡੇ ਰਾਜਨੀਤਾ। ਉਹ ਬਿਲਕੁਲ ਕਦੀ ਤੇ ਸਾਡੇ ਤੋਂ ਮੰਗਦੇ ਆ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਸਾਡੀ ਕੁਰਬਾਨੀ ਵੀ ਮੰਗਦੇ ਆ ਤੇ ਸਾਡੀਆਂ ਵੋਟਾਂ ਵੀ ਮੰਗਦੇ ਆ ਜੀ। ਕਦੀ ਉਹ ਖਿੱਤੇ ਦੇ ਨਾਂ ਦੇ ਉੱਤੇ ਮੰਗਦੇ ਨੇ ਕਿ ਆਹ ਨਾਰਥ ਇੰਡੀਆ ਹੈ ਜੀ ਇੱਕ ਖਿੱਤੇ ਦੇ ਤੌਰ ਤੇ, ਕਦੀ ਉਹ ਪ੍ਰਾਂਤ ਦੇ ਨਾਂ ਦੇ ਉੱਤੇ ਮੰਗਦੇ ਨੇ, ਕਦੀ ਉਹ ਸਾਨੂੰ ਇਮੋਸ਼ਨਲ ਕਰਦੇ ਬੋਲੀ ਦੇ ਨਾਂ ਤੇ, ਖਿੱਤਿਆਂ ਬੋਲੀ ਦੇ ਨਾਂ ਤੇ, ਧਰਮ ਦੇ ਨਾਂ ਤੇ ਬੜੇ ਬੜੇ ਉਹਨਾਂ ਨੇ ਬੜੇ ਨਵੇਂ ਦਾ ਖੇਡਣੇ ਸਿੱਖ ਲਏ ਜੀ। ਉਹ ਜਿਹੜੇ ਅਜਿਹੇ ਮੰਗਤੇ ਨੇ, ਔਰ ਉਹ ਵੇਖੋ ਕਿ ਉਹ ਫਿਰ ਸਾਡਾ ਕਿੱਦਾਂ ਸ਼ੋਸ਼ਣ ਕਰਦੇ ਨੇ। ਅੱਜ ਦੇ ਵਿਸ਼ੇ ਵਿੱਚ ਮੈਂ ਸੋਚਦਾ ਵੀ ਅਜਿਹੇ ਮੰਗਤੇ ਜਿਹੜੇ ਸਾਨੂੰ ਵੱਖ-ਵੱਖ ਥਾਵਾਂ ਤੇ ਐਕਸਪਲਾਈਟ ਕਰ ਰਹੇ ਨੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਵੀ, ਇਹਨਾਂ ਦਾ ਵੀ ਖੁੱਲ੍ਹ ਕੇ ਜ਼ਿਕਰ ਹੋਣਾ ਚਾਹੀਦਾ ਔਰ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਅਜਿਹੇ ਮੰਗਤਿਆਂ ਤੋਂ ਵੀ ਸਾਨੂੰ ਬਚਣ ਦੀ ਲੋੜ ਆ, ਜਿਹੜੇ ਮੁੜ ਕੇ ਸਾਡੀ ਕਿਸਮਤ ਦੇ ਘਾੜਨੇ ਬਣ ਜਾਂਦੇ ਨੇ, ਸਾਡੀ ਕਿਸਮਤ ਨੂੰ ਘਾੜੇ ਬਣ ਜਾਂਦੇ ਨੇ। ਅਸੀਂ ਉਹਨਾਂ ਦੀਆਂ ਜਿਹੜੀਆਂ ਮੰਗਣ ਦੀਆਂ ਪ੍ਰਵਿਰਤੀਆਂ ਨੇ ਤੇ ਜਿਹੜੇ ਮੰਗਣ ਦੇ ਢੰਗ ਆ, ਉਹਦੇ ਵਿੱਚ ਉਲਝ ਕੇ ਸ਼ਿਕਾਰ ਹੋ ਗਏ ਅਸੀਂ ਇੰਨੇ ਗਲਤ ਫੈਸਲੇ ਕਰ ਲੈਂਦੇ ਆ। ਉਹ ਵੀ ਇੱਕ ਮੰਗਤੇ ਨੇ ਜਿਹੜੇ ਸਾਥੋਂ ਤਾਂ ਬਹੁਤ ਕੁਰਬਾਨੀ ਮੰਗਦੇ ਨੇ, ਸਾਥੋਂ ਸਭ ਕੁਝ ਮੰਗਦੇ ਨੇ, ਔਰ ਆਪ ਸਾਡਾ ਜਿਹੜਾ ਦੁਨੀਆ ਦੇ ਵਿੱਚ ਹੀ ਵਰਤਾਰਾ ਹੈ ਉਹਦੇ ਵਿੱਚ ਸਾਨੂੰ ਲੁੱਟ ਕੇ ਖਾ ਰਹੇ ਨੇ। ਅੱਛਾ, ਆਪਣੇ ਹੰਸਪਾਲ ਜੀ, ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਪਿਛਲੇ ਦਿਨੀ ਕਿਤੇ ਮੈਂ ਗੱਲ ਕਰ ਰਿਹਾ ਸੀ, ਇੱਦਾਂ ਹੀ ਇੱਕ ਪ੍ਰੋਗਰਾਮ ਜਿਹੜਾ ਅਸੀਂ ਧਰਮ ਤੇ ਸਮਾਜ ਕਰਦੇ ਹਾਂ, ਸਾਡੇ ਇੱਕ ਵਿਦਵਾਨ ਆਉਂਦੇ ਨੇ ਇੱਥੇ ਗੱਲਬਾਤ ਕਰਨ ਲਈ, ਗੁਰਚਰਨ ਸਿੰਘ ਜੂਨਵਾਲਾ ਹੀਰੀ। ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਸੀ। ਉਹ ਕਹਿੰਦੇ ਆ ਕਿ ਜਿਹੜਾ ਦਾਨ ਤੇ ਪੁੰਨ ਸ਼ਬਦ ਆਪਾਂ ਵਰਤਦੇ ਹਾਂ ਬਹੁਤ ਥਾਂ ਤੇ ਆਪਣੇ, ਕਿਉਂਕਿ ਹਿੰਦੂ ਸੰਸਕ੍ਰਿਤੀ ਚੋਂ ਆਈਆਂ ਹੋਈਆਂ ਚੀਜ਼ਾਂ ਨੇ। ਜਿਵੇਂ ਮੈਂ ਸ਼ੁਰੂ 'ਚ ਹੀ ਕਿਹਾ ਕਿ ਅਸੀਂ ਹਿੰਦੂ ਧਰਮ ਚੋਂ ਆਏ ਹਾਂ ਤੇ ਉਹ ਸਦੀਆਂ ਤੱਕ ਉਹ ਚੀਜ਼ਾਂ ਸਾਡਾ ਪਿੱਛਾ ਨਹੀਂ ਛੱਡਦੀਆਂ। ਤੇ ਸਿੱਖ ਧਰਮ ਦੇ ਵਿੱਚ ਦਾਨ ਦਾ ਕਨਸੈਪਟ ਨਹੀਂ ਹੈ, ਉੱਥੇ ਦਸਵੰਧ ਦਾ ਕਨਸੈਪਟ ਹੈ। ਉਹਨਾਂ ਮੈਨੂੰ ਦੱਸਿਆ ਕਿ ਜਿਹੜਾ ਦਾਨ ਕਰਨਾ ਤੇ ਉਹਦੇ ਵਿੱਚ ਪੁੰਨ ਖੱਟਣਾ, ਅਗਲੇ ਜਨਮ 'ਚ ਕੋਈ ਸਵਾਰਨਾ, ਜਾਂ ਪਰਿਵਾਰ ਵਾਸਤੇ ਕੋਈ ਕਹਿਣਾ ਕਿ ਤੂੰ ਮੈਨੂੰ ਇਹ ਕਰ, ਤੈਨੂੰ ਪ੍ਰਮਾਤਮਾ ਮੁੰਡਾ ਦੇਊਗਾ, ਜਿਸ ਤਰ੍ਹਾਂ ਦੇ ਉਹਨਾਂ ਨੇ ਢੰਗ ਬਣਾ ਲਿਆ। ਦਾਨ ਦਾ ਕਨਸੈਪਟ ਸਿੱਖੀ ਦੇ ਵਿੱਚ ਕਿਤੇ ਨਹੀਂ ਆ। ਸਿੱਖੀ ਦੇ ਵਿੱਚ ਦਸਵੰਧ ਦਾ ਕਨਸੈਪਟ ਆ, ਉਹ ਦੂਸਰੇ ਲੋਕਾਂ ਦੀ ਭਲਾਈ ਲਈ ਉਹ ਦਸਵੰਧ ਕੱਢ ਕੇ ਇੱਕ ਸੋਸ਼ਲ ਕਾਜ ਹੈ, ਉਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ। ਕਿ ਧਾਰਮਿਕ ਅਕੀਦਾ ਤੁਹਾਡਾ ਤਾਂ ਪੂਰਾ ਹੁੰਦਾ ਜੇ ਤੁਸੀਂ ਦਾਨ ਪੁੰਨ ਕਰਦੇ ਹੋ। ਤਾਂ ਉਹਨਾਂ ਬੜੇ ਸਖਤ ਸ਼ਬਦਾਂ 'ਚ ਕਿਹਾ ਕਿ ਦਾਨ ਪੁੰਨ ਦਾ ਸਾਡੇ ਸਿੱਖੀ ਦੇ ਫਿਲਾਸਫੀ 'ਚ ਕੋਈ ਥਾਂ ਨਹੀਂ ਆ। ਵੇਖੋ ਗਿੱਲ ਸਾਹਿਬ, ਇੱਕ ਨਾ ਸਾਡੀ ਵੀ ਇੱਕ ਮਾਨਸਿਕਤਾ ਹੈ, ਅਸੀਂ ਵੀ ਸਾਡਾ ਜਿਹੜਾ ਇੱਕ ਮੁੱਢਲਾ ਧਰਮ ਸੀ ਉਹਦੀਆਂ ਬਹੁਤ ਸਾਰੀਆਂ ਕ੍ਰਿਤੀਆਂ ਦੇ ਅਜੇ ਵੀ ਸ਼ਿਕਾਰ ਹੈ ਜੀ। ਗੁਰੂ ਸਾਹਿਬ ਵੱਲੋਂ ਸਾਨੂੰ ਬਾਰ-ਬਾਰ ਗੁਰਬਾਣੀ ਦੇ ਰਾਹੀਂ ਚੇਤਨ ਕਰਨ ਦੇ ਵਿੱਚ ਅਸੀਂ ਇਸ ਜੀਵਨ ਨੂੰ ਸਫਲਾ ਨਹੀਂ ਬਣਾਉਣਾ ਚਾਹੁੰਦੇ ਕਿ ਇਹ ਜਿਹੜਾ ਸਾਨੂੰ ਮਿਲਿਆ ਏ, ਇਸ ਜੀਵਨ ਨੂੰ ਅਸੀਂ ਸਫਲਾ ਕਰੀਏ। ਅਸੀਂ ਅਗਲੇ ਜਨਮ ਦੇ ਚੱਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਲਝ ਕੇ ਰਹਿ ਗਏ। ਔਰ ਸਾਨੂੰ ਤੇ ਇੱਕ ਅਖਾਣ ਹੈ ਸਾਡਾ ਪੰਜਾਬੀ ਦਾ ਕਿ ਆਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ, ਪਰ ਅਗਲਾ ਜਿਹੜਾ ਡਿੱਠ ਜਾਗਿਆ ਉਹਨੂੰ ਸਵਾਰਨ ਲਈ ਪਤਾ ਨਹੀਂ ਅਸੀਂ ਕਿੱਦਾਂ ਦੀਆਂ ਕੁਰੀਤੀਆਂ ਦੇ ਸ਼ਿਕਾਰ ਹੋ ਰਹੇ ਹਾਂ ਔਰ ਕੀ ਅਸੀਂ ਕਰੀ ਜਾ ਰਹੇ ਹਾਂ। ਔਰ ਇਹ ਜਿਹੜਾ ਹੈ ਇਹ ਵੀ ਇੱਕ ਵਾਕਈ ਜਿਹੜਾ ਦਾਨ ਦੇ ਕੇ ਅਸੀਂ ਸੋਚਦੇ ਹਾਂ ਕਿ ਅਸੀਂ ਦਾਨ ਦੇ ਕੇ ਜਿਹੜਾ ਅਸੀਂ ਇਹ ਆਪਣਾ ਅੱਗਾ ਸਵਾਰ ਲਾਂਗੇ। ਅਸੀਂ ਜਿੰਨੀਆਂ ਵੱਡੀਆਂ ਅਸੀਂ ਕੁਰੀਤੀਆਂ ਕਰਦੇ ਹਾਂ, ਜਿੰਨੇ ਅਸੀਂ ਕੰਮ ਕਰਦੇ ਹਾਂ, ਓਨੇ ਹੀ ਵੱਡੇ ਅਸੀਂ ਦਾਨ ਕਰਨ ਦੇ ਜਿਹੜੇ ਆ ਉਹ ਦਾਅਵੇਦਾਰ ਬਣਦੇ ਆ। ਔਰ ਵਾਕਈ ਜੇ ਦਾਨ ਕਰਕੇ ਹੀ ਸਾਰਾ ਕੁਝ ਅੱਗਾ ਸੌਰ ਜਾਏ ਤੇ ਫਿਰ ਜਿਹੜੇ ਉਹ ਵੱਡੇ ਧਨੰਤਰ ਬੈਠੇ ਆ ਉਹ ਤੇ ਦਾਨ ਕਰਕੇ ਸਵਰਗ ਦੀ ਸੀਟ ਹੁਣੇ, ਵੈਸੇ ਉਹਨਾਂ ਕੋਲ ਤੇ ਇੰਨੇ ਪੈਸੇ ਆ। ਤੁਸੀਂ ਹੁਣੇ ਹੀ ਵੇਖਿਆ ਕਿ ਆ ਜਦੋਂ ਕੋਵਿਡ ਦੇ ਵਿੱਚ ਸਾਰੇ ਜਾਣੇ ਸੀਗੇ ਇੱਥੇ ਅਫੈਕਟਡ ਸੀਗੇ ਦੁਨੀਆ ਵਿੱਚ, ਤਰਾਹ ਤੇ ਇੱਥੋਂ ਦੇ ਬਹੁਤ ਸਾਰੀਆਂ ਵੱਡੀਆਂ ਫਰਮਾਂ ਦੇ CEO ਜਿਹੜੇ ਆ ਸਪੇਸ 'ਚ ਚਲੇ ਗਏ ਸੀ ਜੀ, ਸਪੇਸ ਦੇ ਵਿੱਚ ਆ ਕੇ ਬੈਠ ਗਏ ਸੀ। ਔਰ ਸਾਡੀ ਕਮਾਈ ਬਜਾਏ ਉਹ ਆਪਣੇ ਵਰਕਰਾਂ ਜਾਂ ਆਪਣੀ ਆਰਗੇਨਾਈਜੇਸ਼ਨ ਦੇ ਲੋਕਾਂ ਦੀ ਭਲਾਈ 'ਚ ਲਾ ਦਿੰਦੇ, ਉਹਨਾਂ ਨੇ ਲੱਖਾਂ ਡਾਲਰਾਂ ਦੇ ਵਿੱਚ ਉਹ ਜਿਹੜੇ 4-5 ਹੈਗੇ ਆ ਜਿਹੜੇ ਉਹ ਸਪੇਸ ਦੇ ਵਿੱਚ ਗਏ ਨੇ। ਤੁਸੀਂ ਉਹ ਵੇਖੋ ਕਿ ਉਹ ਬੰਦੇ ਜਿਹੜੇ ਆ ਉਹ ਧਨਾੜ ਬੰਦਿਆਂ ਨੇ ਤੇ ਫਿਰ ਸਾਰਾ ਸਵਰਗ ਬੁੱਕ ਕਰਾ ਲੈਣਾ। ਸਾਨੂੰ ਇੱਕ ਗੱਲ ਦੀ ਸਮਝ ਰੱਖਣੀ ਚਾਹੀਦੀ ਆ, ਅਸੀਂ ਤੇ ਕਿਤੇ ਉਹਨਾਂ ਦੇ ਪਾਸਕੂ ਵੀ ਨਹੀਂ ਹੈਗੇ
ਤੇ ਅਸੀਂ ਫਿਰ ਸਵਰਗ ਦੇ ਵਿੱਚ ਕਿੰਨਾ ਕੁ ਦਾਨ ਦੇ ਕੇ ਜਿਹੜਾ ਸਵਰਗ ਨੂੰ ਜਾਂ ਅਗਲੇ ਜੀਵਨ ਨੂੰ ਸਵਾਰ ਲਾਂਗੇ, ਫਿਰ ਤੇ ਉਹੀ ਸਵਾਰ ਲੈ ਜਾਣਗੇ। ਸੋ ਇਸ ਕਰਕੇ ਇਹ ਗੱਲ ਸਾਨੂੰ ਬਹੁਤ ਕਿ ਸਾਡੇ ਕਿਰਦਾਰ ਜੇ ਕੁਝ ਅਗਲੇ ਜੱਗ ਵਿੱਚ ਹੈਗਾ ਵੀ ਆ ਕਿ ਉਹ ਸਾਡੇ ਕੰਮ ਨੇ, ਸਾਡੇ ਕਿਰਦਾਰ ਨੇ। ਜਿਹੜਾ ਸਾਡੀ ਜੀਵਨ ਜਾਚ ਆ ਉਹਨੇ ਉੱਥੇ ਕੁਝ ਕਰਨਾ ਏ। ਉਹ ਜਿਹੜਾ ਅਸੀਂ ਦਾਨ ਦੇ ਕੇ ਜਾਂ ਇਦਾਂ ਕਰਕੇ, ਔਰ ਦਾਨ ਵੀ ਅਖੌਤੀ ਲੋਕਾਂ ਨੂੰ ਦੇ ਕੇ ਅਸੀਂ ਆਪਣਾ ਕਦੀ ਵੀ ਅੱਗਾ ਸਵਾਰਨ ਵਿੱਚ ਸਫਲ ਨਹੀਂ ਹੋਵਾਂਗੇ। ਉਹ ਅਗਲਾ ਜੀਵਨ ਦੀ ਤੇ ਵੱਖਰੀ ਗੱਲ ਆ, ਅਸੀਂ ਕਿਤੇ ਇੱਥੋਂ ਵੀ ਜਿਹੜੇ ਇੱਥੋਂ ਜੋਗੇ ਵੀ ਨਹੀਂ ਰਹਿਣਾ। ਅੱਛਾ, ਮੈਨੂੰ ਮੈਂ ਅੱਜ ਜਦੋਂ ਤਿਆਰੀ ਕਰ ਰਿਹਾ ਸੀ ਤੇ ਮੈਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨਜ਼ਰ ਆਈਆਂ ਜਿਹੜੀਆਂ ਸਾਡੇ ਧਾਰਮਿਕ ਅਕੀਦਿਆਂ 'ਚ ਸਾਡੇ ਆਲੇ ਦੁਆਲੇ ਰਹਿੰਦੀਆਂ ਨੇ, ਪਰ ਸਾਡੇ ਜਿਹੜੇ ਧਾਰਮਿਕ ਰਹਿਬਰ ਹੋਏ ਨੇ ਉਹਨਾਂ ਨੇ ਸਾਨੂੰ ਬਾਰ-ਬਾਰ ਇਹਨਾਂ ਚੀਜ਼ਾਂ ਤੋਂ ਰੋਕਿਆ। ਫਰੀਦ ਜੀ ਦੀ ਬਾਣੀ 'ਚੋਂ ਹੀ ਇੱਕ ਮੈਨੂੰ ਫੇਰ ਤੁਕ ਮੇਰੇ ਸਾਹਮਣੇ ਆ ਗਈ। ਉਹ ਫਰੀਦ ਜੀ ਕਹਿੰਦੇ ਆ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੀ ਤਾਂ ਜਿਉ ਸਰੀਰੋਂ ਲੈ। ਵੀ ਜੇ ਇਦਾਂ ਹੀ ਮੈਨੂੰ ਰੱਖਣਾ ਹੀ ਕਿ ਕਿਸੇ ਦੇ ਉੱਤੇ ਨਿਰਭਰ ਰਹਿਣਾ, ਕਿਸੇ ਕੋ ਮੰਗ ਕੇ ਖਾਣਾ, ਕਿਸੇ ਦੇ ਦਰਵਾਜ਼ੇ ਅੱਗੇ ਜਾ ਕੇ ਬਹਿਣਾ, ਫਿਰ ਮੇਰਾ ਸਰੀਰ ਵੀ ਤੂੰ ਲੈ ਲਾ, ਮੈਨੂੰ ਇਹੋ ਜਿਹਾ ਚਾਹੀਦਾ ਹੀ ਨਹੀਂ। ਮਤਲਬ ਉਹਦੀ ਜੇ ਕਾਟ ਕੀਤੀ ਹੈ ਤੇ ਨਾਲ ਅਣਖ ਦਾ ਮਾਦਾ ਵੀ ਰੱਖਿਆ ਕਿ ਮੈਂ ਰੱਬ ਨੂੰ ਵੀ ਕਿਹਾ ਕਿ ਮੈਨੂੰ ਇਹੋ ਜਿਹਾ ਸਰੀਰ ਨਹੀਂ, ਜੇ ਮੈਨੂੰ ਸਰੀਰ ਵੀ ਲੈ ਜਾ ਫਿਰ ਮੇਰਾ। ਜਿੱਦਾਂ ਮੈਂ ਧੰਨੇ ਭਗਤਰਾਂ ਦਾ ਜ਼ਿਕਰ ਕੀਤਾ ਨਾ, ਧੰਨੇ ਭਗਤਰੀ ਵੀ ਉਹਨੂੰ ਕਹਿੰਦੇ ਵੀ ਪਰ ਮੇਰੇ ਕੋਲ ਭਗਤੀ ਭੁਗਤੀ ਨਹੀਂ ਹੁੰਦੀ, ਆਹ ਚੀਜ਼ਾਂ ਮੇਰੀਆਂ ਲੋੜ ਦੀਆਂ ਪੂਰੀਆਂ ਕਰ ਤੇ ਫਿਰ ਕਰੂੰਗਾ। ਸੋ ਜਿਹੜਾ ਸਾਡੀ ਪਰੰਪਰਾ ਉਹਦੇ ਵਿੱਚ ਧੰਨੇ ਭਗਤ ਜੀ ਨੇ ਤੇ ਕਮਾਲ ਕਹਿਤਾ ਨਾ ਵੀ ਮੈਨੂੰ ਇੱਕ ਗਾਏ ਲਵੇਰੀ ਦੇ, ਇੱਕ ਸਾਰਾ ਕੁਝ ਦੇ, ਇੱਕ ਉਹਨੂੰ ਸਾਂਭਣ ਵਾਲੀ ਘਰ ਵਾਲੀ ਵੀ ਦੇ। ਮੈਂ ਬਿਲਕੁਲ ਹਾਂਜੀ, ਉਹ ਧੰਨਾ ਭਗਤ ਜੀ ਤੇ ਉਹ ਬਹੁਤ ਜਿਹੜੀ ਸਾਨੂੰ ਸਮਾਜਿਕ ਤੌਰ ਤੇ ਸਿੱਖਿਆ ਦੇਣ ਵਾਲੀ ਹੈ। ਔਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਿ ਭੁੱਖੇ ਪੇਟ ਨਾ ਭਜਨ ਕਪਾਲਾ, ਫੜਲਾ ਆਪਣੀ ਤਸਵੀਰ ਮਾਲਾ। ਇਹ ਸ਼ਾਇਦ ਗੁਰਬਾਣੀ ਦਾ ਨਹੀਂ ਕਿਤੇ ਹੋਰ ਹੈ। ਹਾਂਜੀ, ਉਹਨਾਂ ਨੇ ਨਹੀਂ ਗਾ। ਹਾਂਜੀ, ਪਰ ਭਗਤ ਜਿਹੜਾ ਆਰਤੀ ਜਾਂ ਆਰਤਾ ਸ਼ਬਦ ਹੀ ਵਰਤਦੇ ਉਹਦੇ ਵਿੱਚ ਇਹ ਕਹਿੰਦੇ ਨੇ ਭਗਤ ਧੰਨੇ ਨਹੀਂ ਵੀ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੇਰੀਆਂ ਲੋੜਾਂ ਪੂਰੀਆਂ ਕਰ, ਭੁੱਖੇ ਪੇਟ ਮੈਂ ਭਗਤੀ ਨਹੀਂ ਕਰ ਪਾਉਂਦਾ। ਅੱਛਾ, ਮੇਰੇ ਕੋਲ ਇੱਕ ਹੋਰ ਮੇਰੇ ਸਾਹਮਣੇ ਆ, ਵੈਸੇ ਆਪਾਂ ਗੁਰਬਾਣੀ ਵਾਲੇ ਪਾਸੇ ਜ਼ਿਆਦਾ ਪੈ ਗਏ। ਰਹਿਮਨ ਹਰਾਂ ਦੀ ਇੱਕ ਸ਼ਲੋਕ ਹੈ, ਉਹ ਵੀ ਕਹਿੰਦੇ ਆ ਕਿ ਜਿਹੜਾ ਇਹ ਬੇਗੈਰਤੀ ਵਾਲਾ ਕੰਮ ਹੈ ਨਾ, ਇਹਦੀ ਉਹ ਨਿਖੇਧੀ ਕਰਦੇ ਹੋਏ ਲਿਖਦੇ ਆ, ਰਹਿਮਨ ਵੇ ਨਰ ਮਰ ਗਏ ਜੋ ਕੁਛ ਮੰਗਣ ਜਾਏ। ਉਹ ਨਰ ਜਿੰਦਾ ਹੀ ਮਰ ਗਿਆ ਜਿਹੜਾ ਕੁਛ ਮੰਗਣ ਚਲਾ ਗਿਆ। ਸੋ ਜਿੱਦਾਂ ਆਪਾਂ ਪਹਿਲਾਂ ਕਿਹਾ ਮੰਗਣ ਗਿਆ ਸੋ ਮਰ ਗਿਆ, ਪੰਜਾਬੀ ਸ਼ਾਇਦ ਸੌਖਾ ਖਾਣ ਬਣਾਇਆ, ਪਰ ਜਿਹੜੇ ਸਾਡੇ ਪੈਗੰਬਰ ਹੋਏ ਆ, ਸਾਡੇ ਰਹਿਬਰ ਹੋਏ ਆ, ਉਹਨਾਂ ਨੇ ਸਾਨੂੰ ਬਾਰ-ਬਾਰ ਇਹ ਤੋਂ ਵਰਜਿਆ ਕਿ ਜਿਹੜਾ ਮੰਗਣਾ ਆ ਇਹ ਮਨੁੱਖੀ ਕਿਰਦਾਰ ਦਾ ਸਭ ਤੋਂ ਘਿਨਾਉਣਾ ਪੱਖ ਹੈ। ਸਾਡੇ ਬਾਬੇ ਨੇ ਤੇ ਸਾਨੂੰ ਬਹੁਤ ਉਪਦੇਸ਼ ਦਿੱਤਾ ਕਿ ਘਾਲ ਖਾਏ ਕੋ ਸੱਥੋਂ ਇਹ ਨਾਨਕ ਰਾਹ ਪਛਾਣੇ ਸੇ। ਸਾਨੂੰ ਤਾਂ ਉਹਨੇ ਕਿਹਾ ਵੀ ਤੂੰ ਜਿਹੜਾ ਹੱਥੀਂ ਕੰਮ ਕਰਕੇ, ਹੱਥੀਂ ਕਾਰ ਕਰਕੇ, ਸਾਰਾ ਕੁਝ ਕਰਕੇ, ਤੇ ਜੇ ਕਿਸੇ ਨਟਾਣੇ ਬੰਦੇ ਨੂੰ ਤੂੰ ਕੁਛ ਦੇ ਸਕਦਾ ਤੇ ਉਹ ਦੇ। ਉਹ ਬੜਾ ਸਾਡੇ ਲਈ ਸਿਧਾਂਤ ਆ। ਮੈਨੂੰ ਨਾ ਇੱਕ ਹੋਰ ਸ਼ਾਇਰ ਦੀ ਇੱਕ ਬਹੁਤ ਵਧੀਆ, ਕਈ ਵਾਰ ਸਾਡੇ ਇੱਦਾਂ ਦੇ ਵੀ ਬਣ ਜਾਂਦੇ ਆ ਕਿ ਉਹ ਇੱਕ ਸ਼ਾਇਰ ਹੈ ਨੇ ਆਪਣੇ ਪੰਜਾਬੀ ਦੇ, ਜਸਵਿੰਦਰ, ਉਹਨਾਂ ਦੀ ਇੱਕ ਗਜ਼ਲ ਆ। ਉਹ ਕਹਿੰਦਾ ਕਿ ਤਰਲੇ ਵਰਗਾ ਦਿਨ ਚੜ੍ਹਦਾ ਹੈ ਹੌਕੇ ਵਰਗੀ ਰਾਤ, ਕੁਝ ਕੂੜੇ ਚੋਂ ਲੱਭਣ ਰੋਟੀ ਸੌਣ ਪੁਲਾਂ ਦੇ ਥੱਲੇ, ਕੁਝ ਦੇ ਹੇਠ ਗਰੀਬੀ ਵਾਲੀ ਰੇਖਾ ਦਾ ਸਾਹ ਚੱਲੇ। ਸੋ ਸਾਨੂੰ ਦਿਨੋਂ ਦਿਨ ਆਪਾਂ ਇੱਕ ਇਹ ਵੀ ਵੇਖ ਰਹੇ ਹਾਂ ਕਿ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਜਿਹੜੇ ਆ ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਔਰ ਇਹ ਸਾਰਾ ਸਾਡੇ ਦੇ ਸਿਸਟਮ ਦਾ ਪ੍ਰਹਾਰ ਆ। ਜੇ ਅਸੀਂ ਉਸ ਸਿਸਟਮ ਨੂੰ ਸਮਝ ਕੇ ਉਹਦੇ ਖਿਲਾਫ ਹੁਣ ਨਹੀਂ ਲੜੇ ਤੇ ਉਹ ਗਰੀਬੀ ਤੋਂ ਥੱਲੇ ਵਾਲੇ ਲੋਕ ਜਿਹੜੇ ਆ ਉਹ, ਅਸੀਂ ਇੱਥੇ ਕਦੀ ਇੱਥੇ ਮੈਂ ਦੇਖਦਾ ਕਿ ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਵੀ ਦੇਖਦਾ ਤੁਹਾਡੇ ਇਸ ਖੂਬਸੂਰਤ ਮੁਲਕ ਦੇ ਵਿੱਚ ਵੀ ਹੋਮਲੈਸ ਲੋਕ ਹੈਗੇ ਨੇ, ਪਰ ਸਾਡੇ ਉਸ ਜਿਸ ਧਰਤ ਤੋਂ ਅਸੀਂ ਜਨਮ ਲੈ ਕੇ ਆਏ, ਸਾਡੇ ਤੇ ਵੈਸੇ ਕੋਈ ਪੰਜਾਬੀ ਰਾਤ ਨੂੰ ਭੁੱਖਾ ਨਹੀਂ ਸੌਂਦਾ, ਪਰ ਜਿਹੜਾ ਸਾਡਾ ਭਾਰਤ ਵਰਸ਼ ਦੇਸ਼ ਹੈ ਉੱਥੇ ਜਿਹੜੀ ਸਥਿਤੀ ਆ ਉਹ ਬਹੁਤ ਚਿੰਤਾਜਨਕ ਹੈ। ਇਸ ਵੇਲੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਵਿੱਚ ਕਿਵੇਂ ਲੋਕ ਜਿਹੜੇ ਆ ਉਹ ਗਰੀਬੀ ਰੇਖਾ ਤੋਂ ਥੱਲੇ ਜਾ ਰਹੇ ਨੇ। ਔਰ ਬਹੁਤ ਸਾਰੀਆਂ ਜਿਹੜੀਆਂ, ਪਰ ਹੰਸਪਾਲ ਜੀ ਇਹ ਸਾਰੀਆਂ ਜਿਹੜੀਆਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੇ, ਆਪਾਂ ਇੱਥੇ ਐਂਡ ਕਰਦੇ ਹਾਂ, ਜਿਹੜੀਆਂ ਦੁਸ਼ਵਾਰੀਆਂ ਨੇ ਉਹਨਾਂ ਦਾ ਅਰਥ ਹਰਗਿਜ਼ ਇਹ ਨਹੀਂ ਕਿ ਮਨੁੱਖ ਮੰਗਣ ਜਾਵੇ। ਹਾਂ, ਮੰਗਣਾ ਆ ਤੇ ਹੱਕ ਮੰਗਣਾ, ਆਪਣਾ ਹੱਕ ਲਈ ਅੜਨਾ, ਹੱਕ ਮੰਗਣਾ ਜਿਹੜਾ ਆ ਉਹ ਬਿਲਕੁਲ ਵਾਜਬ ਹੈ। ਔਰ ਹੱਕ ਹਿੱਕ ਦੇ ਜ਼ੋਰ ਵੀ ਮੰਗਣਾ ਪੈਂਦਾ ਆ।
ਤੇ ਮੈਂ ਇੱਥੇ ਹੀ ਐਂਡ ਕਰਨਾ ਚਾਹੂੰਗਾ ਕਿ ਜਿਹੜੇ ਹੱਕ ਮੰਗਣ ਵਾਲੇ ਲੋਕ ਆ ਉਹ ਇਨਕਲਾਬਾਂ ਦੇ ਜਨਕ ਬਣਦੇ ਆ ਤੇ ਭੀਖ ਮੰਗਣ ਵਾਲੇ ਲੋਕ ਬਗੈਰਤ ਤੇ ਗੁਲਾਮ ਬਣਦੇ ਹੁੰਦੇ ਆ। ਸੋ ਫੈਸਲਾ ਅਸੀਂ ਕਰਨਾ, ਅਸੀਂ ਆਪਣੇ ਹੱਕ ਇਨਕਲਾਬੀ ਤਰੀਕਿਆਂ ਨਾਲ ਮੰਗਣੇ ਆ, ਖੋਣੇ ਆ, ਜਾਂ ਫਿਰ ਹੱਥ ਫੈਲਾ ਕੇ ਹੱਥ ਅੱਡ ਕੇ ਕੁਝ ਉਹਨਾਂ ਹਾਕਮਾਂ ਕੋਲੋਂ, ਉਹਨਾਂ ਰਜਵਾੜਿਆਂ ਕੋਲੋਂ, ਆਪਣੇ ਤੋਂ ਵੱਡੇ ਦਿਸਦੇ ਲੋਕਾਂ ਕੋਲੋਂ ਮੰਗਣਾ ਆ ਤਰਸ ਦੇ ਪਾਤਰ ਬਣ ਕੇ, ਜਾਂ ਫਿਰ ਆਪਣੇ ਹਿੱਕ ਦੇ ਜ਼ੋਰ ਨਾਲ ਆਪਣੀਆਂ ਇਨਕਲਾਬੀ ਤੌਰ ਤਰੀਕਿਆਂ ਨਾਲ ਜਿਹੜੇ ਸਾਡੇ ਹੱਕ ਖੋਏ ਆ ਉਹਨਾਂ ਨੂੰ ਪ੍ਰਾਪਤ ਕਰਨਾ ਸਾਡੀ ਜ਼ਿੰਦਗੀ ਦਾ ਉਦੇਸ਼ ਹੋਣਾ ਚਾਹੀਦਾ ਮੇਰੇ ਖਿਆਲ। ਮੈਂ ਗਿਲ ਸਾਹਿਬ ਤੁਹਾਡੇ ਨਾਲ ਹੀ ਇੱਕ ਸ਼ਾਇਰ ਦੀ ਮੈਨੂੰ ਲਾਈਨ ਯਾਦ ਆ ਗਈ, ਉਹਦੇ ਨਾਲ ਹੀ ਇਸ ਗੱਲ ਦੀ ਮੁਕੰਮਲਤਾ ਵੱਲ ਵਧਦਾ ਕਿ ਉਹ ਇੱਕ ਪੰਜਾਬੀ ਸ਼ਾਇਰ ਲਿਖਦਾ, ਕਿਸੇ ਦੇ ਤਰਸ ਦਾ ਪਾਤਰ ਬਣਾ ਇਹ ਗੈਰ ਮੁਮਕਿਨ ਹੈ, ਮੈਂ ਆਪਣੇ ਦੁੱਖਾਂ ਦਾ ਇੰਜ ਕਰਦਾ ਨਹੀਂ ਅਜ਼ਹਾਰ ਲੋਕੋ। ਕਿਸੇ ਦੇ ਤਰਸ ਦਾ ਪਾਤਰ ਬਣਨ ਲਈ ਆਪਣੇ ਦੁੱਖਾਂ ਦਾ ਇਜ਼ਹਾਰ ਕਰਨਾ ਵੀ ਮਨੁੱਖਤਾ ਪ੍ਰਤੀ ਜਿਹੜਾ ਹੈ ਉਹ ਕੋਈ ਵਧੀਆ ਗੱਲ ਨਹੀਂ। ਔਰ ਮੈਂ ਤਾਂ ਕਈ ਵਾਰ ਇਸ ਗੱਲ ਤੋਂ ਵੀ ਹੁੰਦਾ, ਔਰ ਪੰਜਾਬੀਆਂ ਨੂੰ ਇਸ ਗੱਲ ਦਾ ਸੰਦੇਸ਼ ਵੀ ਆ ਕਿ ਜਿਹੜੇ ਆ ਆਤਮ ਹੱਤਿਆਵਾਂ ਕਰ ਰਹੇ ਨੇ, ਜੇ ਤੁਸੀਂ ਮਰਨ ਦਾ ਹੀ ਫੈਸਲਾ ਕਰ ਲਿਆ ਤੇ ਲੋਕਾਂ ਲਈ ਕੁਛ ਕਰਕੇ ਮਰੋ, ਤੁਸੀਂ ਜਿੰਦਾ ਤੇ ਰਹੋਗੇ। ਜੇ ਆਤਮ ਹੱਤਿਆ ਕਰਕੇ ਤੁਰ ਗਏ ਤੁਹਾਡੇ ਪਰਿਵਾਰ ਦੇ ਉੱਤੇ ਜਿਹੜੇ ਆ ਦੁੱਖਾਂ ਦੇ ਵੱਧ ਭਾਰ ਡਿੱਗਣਗੇ, ਪਰ ਜੇ ਤੁਸੀਂ ਲੋਕਾਂ ਲਈ ਕੁਛ ਕਰਕੇ ਜੇ ਮਰਨਾ ਹੀ ਆ ਮਰ ਗਏ ਤੇ ਤੁਹਾਡੇ ਪਰਿਵਾਰ ਦਾ, ਤੁਹਾਡਾ, ਸਾਰਿਆਂ ਦਾ ਦੁਨੀਆ ਦੇ ਉੱਤੇ ਚੰਦਰਮਾ ਵਾਂਗੂ ਨਾਮ ਚਮਕੇਗਾ। ਬਿਲਕੁਲ ਜੀ, ਆਓ ਜੇ ਮੰਗਣਾ ਹੀ ਆ ਤੇ ਫਿਰ ਆਪਣੇ ਹੱਕ ਮੰਗੀਏ ਤੇ ਉਹਨਾਂ ਧਿਰਾਂ ਨਾਲ ਖਲੋਈਏ ਜਿਹੜੀਆਂ ਇਨਸਾਫ ਦੀ ਮੰਗ ਕਰਦੀਆਂ ਨੇ, ਜਿਹੜੇ ਆਪਣੇ ਹੱਕਾਂ ਲਈ ਲੜਾਈ ਲੜਦੀਆਂ ਨੇ, ਤੇ ਉਹਨਾਂ ਸਫਾਂ ਵਿੱਚ ਸ਼ਾਮਲ ਹੋ ਕੇ ਆਪਣੇ ਹੱਕ ਜ਼ਰੂਰ ਮੰਗੀਏ। ਹੱਕ ਖੋਏ ਗਏ ਜਿਹੜੇ ਉਹ ਵਾਪਸ ਲਈਏ, ਹੱਥ ਅੱਡ ਕੇ ਕਿਸੇ ਕੋਲ ਨਾ ਮੰਗੀਏ। ਮੇਰੇ ਖਿਆਲ ਅੱਜ ਦੇ ਪ੍ਰੋਗਰਾਮ ਦਾ ਇਹੀ ਸਿਖਰ ਹੋਣਾ ਚਾਹੀਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੰਸਪਾਲ ਜੀ, ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ, ਬਹੁਤੀਆਂ ਅਸੀਂ ਗੁਰਬਾਣੀ ਚੋਂ ਹਵਾਲੇ ਲਏ ਆ ਤੇ ਅੱਜ ਤੁਹਾਡੀ ਤਸਵੀਰ ਬਹੁਤ ਸੋਹਣੀ ਸਾਫ਼ ਆ ਰਹੀ ਆ। ਮੇਰੇ ਖਿਆਲ ਕੈਮਰਾ ਨਵਾਂ ਲੱਗ ਗਿਆ ਤੇ ਅੱਛਾ ਲੱਗ ਗਿਆ। ਕੈਮਰਾ ਨਵਾਂ ਲੈ ਗਿਆ ਜੀ, ਬਿਲਕੁਲ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਫ਼ ਤਸਵੀਰ ਆ ਰਹੀ ਹੈ ਜੀ। ਔਰ ਇਸ ਪ੍ਰੋਗਰਾਮ ਦੇ ਜਿਹੜਾ ਅਸੀਂ ਜ਼ਿੰਦਗੀ ਦੇ ਅੰਗ ਸੰਗ ਹੋ ਗਿਆ, ਇਹਨਾਂ ਦੇ ਦਰਸ਼ਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਆਪਣਾ ਕੀਮਤੀ ਸ਼ਾਮ ਦਾ ਸਮਾਂ ਕੱਢ ਕੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸੇਦਾਰ ਬਣਦੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਹੰਸਪਾਲ ਜੀ ਆਪਾਂ ਅਪੀਲ ਵੀ ਕਰਨੀ ਹੈ, ਅਸੀਂ ਬਹੁਤ ਘੱਟ ਕਰਦੇ, ਮੈਨੂੰ ਡਾਕਟਰ ਸ਼ਾਰਦਾ ਨਾਰਾਜ਼ ਹੁੰਦੇ ਆ ਵੀ ਤੁਸੀਂ ਅਪੀਲ ਕਰਿਆ ਕਰੋ ਆਪਣੇ ਦਰਸ਼ਕਾਂ ਨੂੰ। ਇਹ ਪ੍ਰੋਗਰਾਮ ਜਿਹੜੇ ਅਸੀਂ ਕਰਦੇ ਤੋਂ ਬਾਅਦ ਅਸੀਂ YouTube ਤੇ ਵੀ ਪਾਉਨੇ ਆ, ਆਪਣੇ ਪੇਜਸ ਤੇ ਵੀ ਪਾਉਨੇ ਆ, ਤੇ ਤੁਸੀਂ ਸਾਡੇ ਚੈਨਲ ਨੂੰ YouTube ਦੇ ਉੱਤੇ ਘੱਟੋ ਘੱਟ ਜ਼ਰੂਰ ਸਪਾਂਸਰ ਕਰੋ, ਕਿਉਂਕਿ ਅਸੀਂ ਤੁਸੀਂ ਦੇਖ ਰਹੇ ਹੋ ਕਿ ਕੋਈ ਬਹੁਤ ਸਾਰੀਆਂ ਐਡ ਵਗੈਰਾ ਨਹੀਂ ਲੈਂਦੇ ਤੇ ਨਾ ਹੀ ਉਹ ਵੀ ਮੰਗਣ ਵਾਲੀ ਗੱਲ ਹੈ ਜੀ। ਮੰਗਣ ਗਿਆ ਸੋ ਮਰ ਗਿਆ ਪ੍ਰੋਗਰਾਮ ਕੀਤਾ। ਐਡ ਮੰਗਣੀ ਵੀ ਮੈਨੂੰ ਲੱਗਦਾ ਬਹੁਤ ਔਖਾ ਕੰਮ ਹੈ ਤੇ ਉਹ ਤੋਂ ਅਸੀਂ ਕਾਫੀ ਜ਼ਿਆਦਾ ਹਿਚਕਚਾਉਂਦੇ ਆ। ਸੋ ਅਸੀਂ ਮੰਗਦੇ ਆ ਆਪਣੇ ਦਰਸ਼ਕਾਂ ਕੋਲੋਂ ਕਿ ਜੇ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਤੇ ਫਿਰ ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ ਆਪਣੇ ਆਪਣੇ ਪੇਜਸ ਦੇ ਉੱਤੇ, ਤੇ ਇਹਦੇ ਕਿਉਂਕਿ ਵਿਊ ਵਧਣ ਤੇ YouTube ਤੋਂ ਜਿਹੜਾ ਸਾਡਾ ਹੱਕ ਬਣਦਾ, ਅਸੀਂ ਕੋਈ ਚੰਗੇ ਪ੍ਰੋਗਰਾਮ ਕੀਤੇ ਆ ਤੇ ਫਿਰ ਉਹ ਤੋਂ ਸਾਨੂੰ ਕੁਛ ਨਾ ਕੁਛ ਮਦਦ ਮਿਲ ਸਕਦੀ ਆ। ਤੁਸੀਂ ਜ਼ਰੂਰ ਸਾਡੇ ਪ੍ਰੋਗਰਾਮ ਜੇ ਤੁਹਾਨੂੰ ਚੰਗੇ ਲੱਗਦੇ ਤਾਂ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰੋ, YouTube ਤੇ ਸ਼ੇਅਰ ਕਰੋ, ਲਾਈਕ ਕਰੋ, ਤਾਂ ਕਿ ਅਸੀਂ YouTube ਦਾ ਇੱਕ ਚੰਗਾ ਚੈਨਲ ਬਣ ਕੇ ਤੇ ਉੱਥੋਂ ਆਪਣਾ ਰੋਜ਼ਾਨਾ ਲੈ ਸਕੀਏ। ਗਿੱਲ ਸਾਹਿਬ, ਮੈਂ ਵੀ ਇੱਕ ਬੇਨਤੀ ਕਰਦਾ ਕਿ ਸਾਡੇ ਬਹੁਤ ਸਾਰੇ ਪ੍ਰੋਗਰਾਮ ਮੁਕੰਮਲ ਵਿੱਚ ਪਾਉਣ ਦੇ ਉੱਤੇ YouTube ਤੋਂ ਰਹਿ ਜਾਂਦੇ ਆ। ਮੈਂ ਵੀ ਤੁਹਾਡਾ ਉੱਥੇ ਹੈਗਾ, ਇਸ ਕਰਕੇ ਇੱਕ ਥੋੜਾ ਜਿਹਾ ਆਪਣੀ ਟੈਕਨੀਕਲ ਟੀਮ ਦੇ ਨਾਲ ਉਹਨਾਂ ਨੂੰ ਵੀ ਆਪਾਂ ਬੇਨਤੀ ਕਰੀਏ, ਕਿਉਂਕਿ ਬੇਸਿਕਲੀ ਤਾਂ ਸਾਡੀ ਸਪੋਰਟ, ਸਾਡਾ ਦਿਮਾਗ, ਦਿਲ, ਸਾਡੀ ਟੈਕਨੀਕਲ ਟੀਮ ਹੀ ਆ ਜਿਹੜਾ ਇਸ ਪ੍ਰੋਗਰਾਮ ਨੂੰ ਸਾਰਾ ਚਲਾਉਂਦੀ ਆ, ਕਿ ਉੱਥੇ ਪ੍ਰੋਗਰਾਮ ਜਿਹੜੇ ਉਹ ਪਾਇਆ ਕਰਨ ਔਰ ਮੁਕੰਮਲ ਪ੍ਰੋਗਰਾਮ ਪਾਇਆ ਕਰਨ। ਲੋਕ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਨੇ, ਬਹੁਤ ਸਾਰੇ ਮੈਸੇਜ ਆਉਂਦੇ ਨੇ, ਮੈਂ ਤੁਹਾਨੂੰ ਫਾਰਵਰਡ ਵੀ ਕਰਾਂਗਾ। ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਕਿ ਅਸੀਂ ਸਿਆਸੀ ਪ੍ਰੋਗਰਾਮ ਵੀ ਬਹੁਤ ਸਾਰੇ ਹੁੰਦੇ ਆ, ਪਰ ਅਸੀਂ ਜ਼ਿੰਦਗੀ ਨੂੰ ਪਰਨਾਇਆ ਪ੍ਰੋਗਰਾਮ ਸ਼ੁਰੂ ਕੀਤਾ ਹੈ ਔਰ ਸਾਡੇ ਦਰਸ਼ਕ ਜਿਹੜੇ ਆ ਉਹਨੂੰ ਭਰਪੂਰ ਹੰਗਾਰਾ ਦੇਣਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਗਿੱਲ ਸਾਹਿਬ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ, ਆਪਣਾ ਮਾਣ।